ਤੇ ऑफिशियल ਚੈਨਲ ਦੇ ਉੱਤੇ ਆਪ ਸਭ ਦਾ ਬਹੁਤ-ਬਹੁਤ ਸਵਾਗਤ ਜੀ। ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਜਨਤਕ ਨਿਯੁਕਤੀਆਂ ਦੀ ਜਿਨ੍ਹਾਂ ਨੂੰ ਜਾਰੀ ਕੀਤਾ ਗਿਆ ਹੈ ਅਧੀਨ ਸੇਵਾਵਾਂ ਚੋਣ ਬੋਰਡ ਦੇ ਰਾਹੀਂ। ਜੀ ਹਾਂ, ਅਧੀਨ ਸੇਵਾਵਾਂ ਚੋਣ ਬੋਰਡ ਦੇ ਰਾਹੀਂ ਨਗਰ ਕੌਂਸਲਾਂ ਔਰ ਨਗਰ ਨਿਗਮਾਂ ਦੇ ਵਿੱਚ ਜੋ ਅਲੱਗ-ਅਲੱਗ ਜੋ ਪੋਸਟਾਂ ਹਨ ਗਰੁੱਪ ਸੀ ਦੀਆਂ ਉਹਨਾਂ ਨੂੰ ਭਰਨ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਤਾਂ ਇਸ ਨੋਟੀਫਿਕੇਸ਼ਨ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਦੇਖੋ, ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ ਹੈ ਜੀ 28 ਜਨਵਰੀ 2023। ऑनलाइन अर्जियां सबमिट अप्लाई ਕਰਨ ਦੀ ਸ਼ੁਰੂਆਤੀ ਮਿਤੀ ਹੈ 28 ਜਨਵਰੀ 2023। ऑनलाइन अर्जियां सबमिट ਕਰਨ ਦੀ ਆਖਰੀ ਮਿਤੀ ਹੈ ਜੀ 28 ਫਰਵਰੀ 2023। ਔਰ ਅਗਰ ਆਪਾਂ ਫੀਸ ਭਰਨ ਦੀ ਆਖਰੀ ਮਿਤੀ ਦੀ ਗੱਲ ਕਰੀਏ ਉਹ ਹੈ ਜੀ 3 ਮਾਰਚ 2023। ਤਾਂ ਤੁਸੀਂ 28 ਜਨਵਰੀ 2023 ਤੋਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਔਰ ਇਹਨਾਂ ਪੋਸਟਾਂ ਦੇ ਲਈ ਜੋ ਅਪਲਾਈ ਕਰਨ ਦੀ ਆਖਰੀ ਮਿਤੀ ਹੈ ਉਹ ਹੈ ਜੀ 28 ਫਰਵਰੀ 2023। ਔਰ ਫੀਸ ਭਰਨ ਦੀ ਜੋ ਆਖਰੀ ਮਿਤੀ ਹੈ ਉਹ ਹੈ ਜੀ 3 ਮਾਰਚ 2023। ਤਾਂ ਹੁਣ ਇਸ ਨੋਟੀਫਿਕੇਸ਼ਨ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਤਾਂ ਜੋ ਪਹਿਲਾ ਵਿਭਾਗ ਹੈ ਜੀ ਜਿਸ ਦੇ ਵਿੱਚ ਇਹ ਪੋਸਟਾਂ ਨਿਕਲੀਆਂ ਹਨ ਉਹ ਹੈ ਜੀ ਪੰਜਾਬ ਸਰਕਾਰ ਸਥਾਨਕ ਵਿਭਾਗ। ਤਾਂ ਇਸ ਵਿਭਾਗ ਦੇ ਵਿੱਚ ਜੋ ਨਗਰ ਨਿਗਮ ਹਨ, ਨਗਰ ਨਿਗਮਾਂ ਦੇ ਵਿੱਚ ਫਾਇਰਮੈਨ ਔਰ ਡਰਾਈਵਰ ਦੀਆਂ ਅਲੱਗ-ਅਲੱਗ ਪੋਸਟਾਂ ਨਿਕਲੀਆਂ ਹਨ। ਫਾਇਰਮੈਨ ਜਿਸ ਦਾ ਕਿ ਸਰਵਿਸ ਗਰੁੱਪ ਹੈ ਸੀ, ਟੋਟਲ ਪੋਸਟਾਂ ਹਨ 240। ਡਰਾਈਵਰ ਆਪਰੇਟਰ ਦੀ ਅਗਰ ਗੱਲ ਕਰੀਏ ਸਰਵਿਸ ਗਰੁੱਪ ਹੈ ਸੀ ਔਰ ਟੋਟਲ ਪੋਸਟਾਂ ਹਨ 70। ਤਾਂ ਇਸ ਤਰ੍ਹਾਂ ਜੋ ਕੁੱਲ ਪੋਸਟਾਂ ਬਣਦੀਆਂ ਹਨ ਉਹ ਹਨ ਜੀ 310 ਜੋ ਕਿ ਨਗਰ ਨਿਗਮਾਂ ਦੇ ਵਿੱਚ ਨਿਕਲੀਆਂ ਹਨ। ਦੂਸਰਾ ਜੋ ਹੈ ਜੀ ਨਗਰ ਕੌਂਸਲਾਂ ਨਗਰ ਪੰਚਾਇਤਾਂ, ਇਹਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਪੋਸਟਾਂ ਹਨ ਫਾਇਰਮੈਨ ਔਰ ਡਰਾਈਵਰ ਆਪਰੇਟਰ। ਫਾਇਰਮੈਨ ਜਿਸ ਦਾ ਸਰਵਿਸ ਗਰੁੱਪ ਹੈ ਜੀ ਸੀ, ਟੋਟਲ ਪੋਸਟਾਂ ਹਨ 751। ਡਰਾਈਵਰ ਆਪਰੇਟਰ ਦੀ ਗੱਲ ਕਰਦੇ ਹਾਂ ਸਰਵਿਸ ਗਰੁੱਪ ਹੈ ਜੀ ਸੀ ਔਰ ਟੋਟਲ ਪੋਸਟਾਂ ਹਨ 256। ਤਾਂ ਇਸ ਤਰ੍ਹਾਂ ਜੋ ਕੁੱਲ ਪੋਸਟਾਂ ਬਣਦੀਆਂ ਹਨ ਉਹ ਹਨ ਜੀ 1007। ਤਾਂ ਅਗਰ ਆਪਾਂ ਨਗਰ ਨਿਗਮਾਂ ਔਰ ਨਗਰ ਕੌਂਸਲਾਂ ਨਗਰ ਪੰਚਾਇਤਾਂ ਦੀਆਂ ਟੋਟਲ ਪੋਸਟਾਂ ਦੇਖਦੇ ਹਾਂ ਤਾਂ ਉਹ ਟੋਟਲ ਪੋਸਟਾਂ ਬਣਦੀਆਂ ਹਨ ਜੀ 1317 ਪੋਸਟਾਂ ਜੋ ਨਿਕਲੀਆਂ ਹਨ। ਤਾਂ ਹੁਣ ਆਪਾਂ ਅੱਗੇ ਦੇਖਦੇ ਹਾਂ ਜੀ ਨੋਟੀਫਿਕੇਸ਼ਨ ਦੇ ਵਿੱਚ ਅੱਗੇ ਵਧਦੇ ਹਾਂ। ਤਾਂ ਅਸੀਂ ਦੇਖ ਸਕਦੇ ਹਾਂ ਕਿ ਅੱਗੇ ਕੀ ਹੈ ਕਿ ਇਹਨਾਂ ਜੋ ਅਲੱਗ-ਅਲੱਗ ਪੋਸਟਾਂ ਹਨ ਉਹਨਾਂ ਦਾ ਸਾਨੂੰ ਵਰਗੀਕਰਨ ਦਿੱਤਾ ਹੈ ਕੈਟੇਗਰੀ ਵਾਈਜ਼ ਕਿ ਕਿਸ ਕੈਟੇਗਰੀ ਦੇ ਵਿੱਚ ਕਿੰਨੀਆਂ ਪੋਸਟਾਂ ਨਿਕਲੀਆਂ ਹਨ। ਤਾਂ ਅਸੀਂ ਦੇਖ ਸਕਦੇ ਹਾਂ ਕਿ ਅਸਾਮੀ ਦਾ ਅਗਰ ਆਪਾਂ ਦੇਖੀਏ ਅਸਾਮੀ ਦਾ ਸ਼੍ਰੇਣੀ ਵਾਈਜ਼ ਵਰਗੀਕਰਨ ਇਹਦੇ ਵਿੱਚ ਦਿੱਤਾ ਗਿਆ ਹੈ। ਅਸਾਮੀ ਦਾ ਨਾਮ ਹੈ ਜੀ ਫਾਇਰਮੈਨ। ਤਾਂ ਉਸ ਦੇ ਵਿੱਚ ਜਨਰਲ ਕੈਟੇਗਰੀ ਦੇ ਵਿੱਚ ਆਪਾਂ ਅਗਰ ਗੱਲ ਕਰੀਏ ਤਾਂ ਜੋ 63 ਵੈਕੈਂਸੀਜ਼ ਹਨ, 63 ਜੋ ਪੋਸਟਾਂ ਹਨ ਉਹ ਸਿਰਫ ਮੈਨ ਦੇ ਲਈ ਰਿਜ਼ਰਵ ਕੀਤੀਆਂ ਗਈਆਂ ਹਨ ਔਰ 30 ਪੋਸਟਾਂ ਨੂੰ ਜੋ ਵੂਮੈਨ ਦੇ ਲਈ ਰਿਜ਼ਰਵ ਕੀਤਾ ਗਿਆ ਹੈ। ਸੈਕੰਡ ਕੈਟੇਗਰੀ ਅਸੀਂ ਦੇਖਦੇ ਹਾਂ ਐਸਸੀ, ਜਿਹਦੇ 'ਚ ਦੋ ਅੱਗੇ ਸਬ ਕੈਟੇਗਰੀਜ਼ ਬਣੀਆਂ ਹਨ ਐਮ ਐਂਡ ਵੀ, ਜਿਸ ਨੂੰ ਆਪਾਂ ਮਜ਼੍ਹਬੀ ਐਂਡ ਵਾਲਮੀਕੀ ਕਹਿੰਦੇ ਹਾਂ। ਇਸ ਕੈਟੇਗਰੀ ਦੇ ਵਿੱਚ ਮਰਦਾਂ ਦੇ ਲਈ 19 ਪੋਸਟਾਂ ਹਨ ਔਰ ਔਰਤਾਂ ਦੇ ਲਈ 13 ਪੋਸਟਾਂ ਰਾਖਵੀਆਂ ਕੀਤੀਆਂ ਗਈਆਂ ਹਨ। ਇਸੇ ਐਸਸੀ ਕੈਟੇਗਰੀ ਦੇ ਵਿੱਚ ਅਗਰ ਆਪਾਂ ਆਰ ਐਂਡ ਓ ਦੇਖਦੇ ਹਾਂ ਭਾਵ ਕਿ ਰਾਮਦਾਸੀਆ ਐਂਡ ਅਦਰਸ, ਤਾਂ ਮੈਨ ਦੇ ਲਈ 17 ਪੋਸਟਾਂ ਹਨ ਔਰ ਵੂਮੈਨ ਦੇ ਲਈ 6 ਪੋਸਟਾਂ ਦੇ ਵਿੱਚ ਰਾਖਵੀਆਂ ਕੀਤੀਆਂ ਗਈਆਂ ਹਨ। BC ਕੈਟੇਗਰੀ ਦੀ ਗੱਲ ਕਰਦੇ ਹਾਂ ਜੀ, BC ਕੈਟੇਗਰੀ ਦੇ ਲਈ ਮੈਨ ਦੇ ਲਈ 16 ਪੋਸਟਾਂ ਹਨ ਔਰ ਵੂਮੈਨ ਦੇ ਲਈ 6 ਪੋਸਟਾਂ ਹਨ। ਐਕਸ ਸਰਵਿਸਮੈਨ ਦੀ ਗੱਲ ਕਰਦੇ ਹਾਂ ਜੀ, ਐਕਸ ਸਰਵਿਸਮੈਨ ਜਰਨਲ ਦੇ ਲਈ 16 ਪੋਸਟਾਂ ਹਨ ਮੈਨ ਦੇ ਲਈ ਔਰ ਵੂਮੈਨ ਦੇ ਲਈ 14 ਹਨ। ਐਕਸ ਸਰਵਿਸਮੈਨ ਐਸਸੀ ਐਮ ਐਂਡ ਬੀ ਮਜ਼੍ਹਬੀ ਐਂਡ ਵਾਲਮੀਕੀ ਦੇ ਲਈ ਮਰਦਾਂ ਦੇ ਲਈ 8 ਪੋਸਟਾਂ ਹਨ ਔਰ ਵੂਮੈਨ ਦੇ ਲਈ ਇਸ ਦੇ ਲਈ ਕੋਈ ਪੋਸਟ ਵੀ ਰਾਖਵੀਂ ਨਹੀਂ ਰੱਖੀ ਗਈ ਹੈ। ਇਸੇ ਕੈਟੇਗਰੀ ਦੇ ਵਿੱਚ ਅਗਰ ਆਪਾਂ BC ਦੇਖਦੇ ਹਾਂ ਤਾਂ BC ਦੇ ਲਈ ਮੈਨ ਦੇ ਲਈ 2 ਪੋਸਟਾਂ ਹਨ ਔਰ ਵੂਮੈਨ ਕੈਂਡੀਡੇਟ ਦੇ ਲਈ ਕੋਈ ਵੀ ਪੋਸਟ ਰਾਖਵੀਂ ਨਹੀਂ ਰੱਖੀ ਗਈ ਹੈ। ਅਗਰ ਆਪਾਂ ਸਪੋਰਟਸ ਕੈਟੇਗਰੀ ਦੀ ਗੱਲ ਕਰਦੇ ਹਾਂ ਤਾਂ ਜਨਰਲ ਵਰਗ ਦੇ ਲਈ ਮੈਨ ਦੇ ਲਈ 1 ਪੋਸਟ ਹੈ ਔਰ ਵੂਮੈਨ ਦੇ ਲਈ 6 ਪੋਸਟਾਂ ਇਸ ਦੇ ਵਿੱਚ ਰਾਖਵੀਆਂ ਰੱਖੀਆਂ ਗਈਆਂ ਹਨ। ਸਪੋਰਟਸ ਕੈਟੇਗਰੀ ਦੇ ਵਿੱਚ ਅਗਰ ਆਪਾਂ ਐਸਸੀ ਮਜ਼੍ਹਬੀ ਐਂਡ ਵਾਲਮੀਕੀ ਦੀ ਗੱਲ ਕਰਦੇ ਹਾਂ ਤਾਂ 2 ਪੋਸਟਾਂ ਮਰਦਾਂ ਦੇ ਲਈ ਔਰ ਔਰਤਾਂ ਦੇ ਲਈ ਕੋਈ ਵੀ ਪੋਸਟ ਰਾਖਵੀਂ ਰੱਖੀ ਨਹੀਂ ਗਈ ਹੈ। ਇਕਨੋਮਿਕਲੀ ਵੀਕਰ ਸੈਕਸ਼ਨ ਦੀ ਗੱਲ ਕਰਦੇ ਹਾਂ ਤਾਂ ਮੇਲ ਮੈਂਬਰਸ ਦੇ ਲਈ 11 ਪੋਸਟਾਂ ਰਾਖਵੀਆਂ ਹਨ ਔਰ ਫੀਮੇਲ ਦੇ ਲਈ 10 ਪੋਸਟਾਂ ਰਾਖਵੀਆਂ ਹਨ। ਔਰ ਅਗਰ ਆਪਾਂ ਟੋਟਲ ਰਾਖਵਾਂਕਰਨ ਦੇਖਦੇ ਹਾਂ ਫਾਇਰਮੈਨ ਦੇ ਲਈ ਤਾਂ ਮੇਲ ਦੇ ਲਈ 155 ਪੋਸਟਾਂ ਹਨ ਔਰ ਫੀਮੇਲ ਦੇ ਲਈ 85 ਪੋਸਟਾਂ ਨੂੰ ਰਾਖਵਾਂ ਰੱਖਿਆ ਗਿਆ ਹੈ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਏਜ ਕ੍ਰਾਈਟੇਰੀਆ ਦੀ, ਕੀ ਏਜ ਲਿਮਿਟ ਰੱਖੀ ਗਈ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕੈਂਡੀਡੇਟ ਸ਼ੁੱਡ ਨੋਟ below 18 year and above 37 years of as on the last date of receipt of application। ਭਾਵ ਕੀ ਹੈ ਕਿ ਜੋ ਕੈਂਡੀਡੇਟ ਜੋ ਕਿ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸ ਦੀ ਉਮਰ ਅਪਲਾਈ ਕਰਨ ਦੀ ਮਿਤੀ ਨੂੰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਔਰ 37 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਕੁਆਲੀਫਿਕੇਸ਼ਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਮਿਨੀਮਮ ਕੀ ਹੈ ਕਿ ਮੈਟ੍ਰਿਕ ਇਸ ਦੇ ਲਈ ਰੱਖੀ ਗਈ ਹੈ ਯੋਗਤਾ, ਪਰ ਜੋ ਪ੍ਰੈਫਰੈਂਸ ਹੈ ਉਹ ਕਿਸ ਨੂੰ ਦਿੱਤੀ ਜਾਏਗੀ ਡੀਮੋਬਿਲਾਈਜ਼ਡ ਸੋਲਜਰਸ ਆਫ ਅਦਰ able bodies person all below the age of 37 years
who are quite to fit undergo rigors of the duties of a fire brigade personnel। ਕਿ ਜੋ ਵੀ ਕੈਂਡੀਡੇਟ ਜੋ ਕਿ ਡੀਮੋਬਿਲਾਈਜ਼ਡ ਸੋਲਜਰਸ ਹਨ, ਭਾਵ ਕਿ ਜੋ ਕਿ ਆਪਣੀਆਂ ਸੇਵਾਵਾਂ ਤੋਂ ਡਿਸਚਾਰਜ ਹੋ ਕੇ ਆਏ ਹੋਏ ਹਨ, ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ। ਹਾਈਟ ਦੀ ਗੱਲ ਕਰੀਏ, ਹਾਈਟ ਹੈ ਇਹਦੇ ਲਈ ਮਿਨੀਮਮ 5 ਫੁੱਟ 5 ਇੰਚ ਮੇਲ ਕੈਂਡੀਡੇਟਸ ਦੇ ਲਈ, ਚੈਸਟ 33.5 ਇੰਚ ਅਨ ਐਕਸਪੈਂਡਡ, ਔਰ ਅਗਰ ਵਿਦ ਐਕਸਪੈਂਸ਼ਨ ਦੇਖੀਏ ਤਾਂ 1.5 ਇੰਚ ਦੀ ਜਿਹੜੀ ਐਕਸਪੈਂਸ਼ਨ ਇਹ ਦੇਖੀ ਜਾਣੀ ਹੈ। ਆਈ ਸਾਈਡ 6/6 ਹੋਣੀ ਚਾਹੀਦੀ ਹੈ ਦੋਨਾਂ ਅੱਖਾਂ ਦੀ। ਇੱਕ ਸਪੈਸ਼ਲ ਨੋਟ ਦਿੱਤਾ ਗਿਆ ਹੈ, ਫਿਜ਼ੀਕ ਦੇ ਪੈਮਾਨਿਆਂ ਵਿੱਚ ਔਰਤਾਂ ਲੜਕੀਆਂ ਤੇ ਕੇਵਲ ਹਾਈਟ ਅਤੇ ਆਈ ਸਾਈਡ ਲਾਗੂ ਹੋਏਗੀ, ਚੈਸਟ ਵਾਲਾ ਜੋ ਕਾਲਮ ਹੈ ਉਹਨਾਂ ਤੇ ਲਾਗੂ ਨਹੀਂ ਹੋਏਗਾ। ਹੋਰ ਇਸ ਦੇ ਵਿੱਚ ਸਾਨੂੰ ਦੱਸਿਆ ਗਿਆ ਰਨਿੰਗ ਏ ਡਿਸਟੈਂਸ ਆਫ 100 ਯਾਰਡਸ ਵਿਦ ਏ weight of 60 ਕਿਲੋਗ੍ਰਾਮ ਸਟੋਨ ਇਨ 1 ਮਿੰਟ। ਇਹ ਕੁਝ ਯੋਗਤਾ ਹਨ ਕਿ ਤੁਹਾਨੂੰ 100 ਯਾਰਡ ਜਿਹੜੀ ਹੈ ਰੇਸ ਲਗਾਣੀ ਹੋਏਗੀ, ਜਿਹਦੇ ਵਿੱਚ ਤੁਸੀਂ 60 ਕਿਲੋਗ੍ਰਾਮ weight ਨੂੰ ਚੁੱਕਣਾ ਹੈ 1 ਮਿੰਟ ਦੇ ਲਈ। ਲਿਫਟਿੰਗ ਦਾ ਹੁੱਕ ਲੈਡਰ ਟੂ ਏ ਵਰਟੀਕਲ ਪੋਜੀਸ਼ਨ ਫਰੋਮ 3rd ਐਂਡ 6th ਰਾਊਂਡ। ਤੀਜੇ ਤੇ 6ਵੇਂ ਰਾਊਂਡ ਦੇ ਵਿੱਚ ਤੁਸੀਂ ਇੱਕ ਪੌੜੀ ਨੂੰ ਚੁੱਕ ਕੇ ਵਰਟੀਕਲ ਪੋਜੀਸ਼ਨ ਦੇ ਵਿੱਚ ਰੱਖਦੇ ਹੋਏ ਦੌੜਨਾ ਹੈ। ਔਰ ਜੋ ਲਾਸਟ ਇਸ ਵਿੱਚ ਰੱਖਿਆ ਗਿਆ ਹੈ, ਕਲਾਈਮਿੰਗ ਏ ਰੋਪ ਆਫ ਏ ਵਰਟੀਕਲ ਪਾਈਪ ਟੂ ਹਾਈਟ ਆਫ 8 to 10 ਫੀਟ ਫਰੋਮ ਦਾ ਗਰਾਊਂਡ। ਔਰ ਇੱਕ ਰੋਪ ਦੇ ਸਹਾਰੇ ਤੁਸੀਂ ਗਰਾਊਂਡ ਤੋਂ 8 ਤੋਂ 10 ਫੁੱਟ ਦੀ ਉਚਾਈ ਤੱਕ ਜਾਣਾ ਹੈ। ਨੈਕਸਟ ਜੋ ਸਾਡਾ ਹੈ ਜੀ, ਆਪਾਂ ਇਸੇ ਨੋਟੀਫਿਕੇਸ਼ਨ ਦੇ ਵਿੱਚ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਜੀ ਅਸਾਮੀਆਂ ਦਾ ਸ਼੍ਰੇਣੀ ਵਾਈਜ਼ ਵਰਗੀਕਰਨ, ਵਿਦਿਅਕ ਯੋਗਤਾ। ਹੁਣ ਜੋ ਇਹ ਗੱਲ ਕਰਨ ਜਾ ਰਹੇ ਹਾਂ ਜੀ, ਅਸੀਂ ਗੱਲ ਕਰ ਰਹੇ ਹਾਂ ਡਰਾਈਵਰ ਔਰ ਆਪਰੇਟਰ ਦੀਆਂ ਅਸਾਮੀਆਂ ਦੀ ਗੱਲ ਕਰਨ ਜਾ ਰਹੇ ਹਾਂ। ਇਹਨਾਂ ਦੀ ਕੈਟੇਗਰੀ ਵਾਈਜ਼ ਵੰਡ ਦੇ ਬਾਰੇ ਜਾਣਨ ਜਾ ਰਹੇ ਹਾਂ। ਤਾਂ ਦੇਖੋ ਇਹਨਾਂ ਪੋਸਟਾਂ ਲਈ ਜੋ ਕੈਟੇਗਰੀ ਵਾਈਜ਼ ਵੰਡ ਹੈ, ਅਗਰ ਆਪਾਂ ਜਨਰਲ ਵਰਗ ਦੀ ਗੱਲ ਕਰੀਏ ਤਾਂ ਮੈਨ ਦੇ ਲਈ 13 ਪੋਸਟਾਂ ਰਾਖਵੀਆਂ ਹਨ ਔਰ ਵੂਮੈਨ ਦੇ ਲਈ 12 ਪੋਸਟਾਂ ਨੂੰ ਰਾਖਵਾਂ ਰੱਖਿਆ ਗਿਆ ਹੈ। ਐਸਸੀ ਕੈਟੇਗਰੀ ਦੀ ਗੱਲ ਕਰਦੇ ਹਾਂ ਜੀ, ਐਸਸੀ ਕੈਟੇਗਰੀ ਦੇ ਵਿੱਚ ਉਸੇ ਤਰ੍ਹਾਂ ਦੋ ਅੱਗੇ ਸਬ ਕੈਟੇਗਰੀਜ਼ ਹਨ, ਐਮ ਐਂਡ ਵੀ ਭਾਵ ਕਿ ਮਜ਼੍ਹਬੀ ਐਂਡ ਬਾਲਮਿਕ। 11 ਪੋਸਟਾਂ ਮੈਨ ਦੇ ਲਈ ਰਾਖਵੀਆਂ ਹਨ ਔਰ 4 ਪੋਸਟਾਂ ਵੂਮੈਨ ਦੇ ਲਈ ਰਾਖਵੀਆਂ ਹਨ। ਆਰ ਐਂਡ ਓ ਰਾਮਦਾਸੀਆ ਐਂਡ ਅਦਰਸ, ਇਹਦੇ ਲਈ 6 ਪੋਸਟਾਂ ਮੈਨ ਦੇ ਲਈ ਔਰ 1 ਪੋਸਟ ਹੈ ਜਿਹੜੀ ਵੂਮੈਨ ਦੇ ਲਈ ਰਾਖਵੀਂ ਹੈ। ਬੀਸੀ ਕੈਟੇਗਰੀ ਦੀ ਗੱਲ ਕਰੀਏ, 1 ਪੋਸਟ ਮੈਨ ਦੇ ਲਈ ਔਰ 6 ਪੋਸਟਾਂ ਵੂਮੈਨ ਦੇ ਲਈ ਰਾਖਵੀਆਂ ਹਨ। ਐਕਸ ਸਰਵਿਸਮੈਨ ਦੀ ਗੱਲ ਕਰਦੇ ਹਾਂ ਜੀ, ਜਨਰਲ ਵਰਗ ਦੇ ਵਿੱਚ ਮੈਨ ਦੇ ਲਈ 3 ਪੋਸਟਾਂ ਰਾਖਵੀਆਂ ਹਨ ਔਰ ਵੂਮੈਨ ਦੇ ਲਈ 6 ਪੋਸਟਾਂ ਨੂੰ ਰਾਖਵਾਂ ਰੱਖਿਆ ਗਿਆ ਹੈ। ਇਸੇ ਦੇ ਵਿੱਚ ਐਸਸੀ ਮਜ਼੍ਹਬੀ ਐਂਡ ਬਾਲਮੀਕੀ ਦੀ ਗੱਲ ਕਰੀਏ ਤਾਂ ਮੈਨ ਦੇ ਲਈ ਕੋਈ ਪੋਸਟ ਰਾਖਵੀਂ ਨਹੀਂ ਹੈ ਔਰ ਵੂਮੈਨ ਦੇ ਲਈ 1 ਪੋਸਟ ਰਾਖਵੀਂ ਰੱਖੀ ਗਈ ਹੈ। ਇਕਨੋਮਿਕਲੀ ਵੀਕਰ ਸੈਕਸ਼ਨ ਦੀ ਗੱਲ ਕਰੀਏ ਜੀ, ਮੈਨ ਦੇ ਲਈ ਕੋਈ ਪੋਸਟ ਰਾਖਵੀਂ ਨਹੀਂ ਹੈ ਔਰ ਵੂਮੈਨ ਦੇ ਲਈ 6 ਪੋਸਟਾਂ ਨੂੰ ਰਾਖਵਾਂ ਰੱਖਿਆ ਗਿਆ ਹੈ। ਔਰ ਅਗਰ ਅਸੀਂ ਟੋਟਲ ਇਹਨਾਂ ਪੋਸਟਾਂ ਦਾ ਰਾਖਵਾਂਕਰਨ ਦੇਖਦੇ ਹਾਂ ਤਾਂ 34 ਪੋਸਟਾਂ ਜੋ ਮੈਨ ਦੇ ਲਈ ਰਾਖਵੀਆਂ ਹਨ ਔਰ 36 ਪੋਸਟਾਂ ਜੋ ਹੈਗੀਆਂ ਉਹ ਵੂਮੈਨ ਦੇ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਔਰ ਇਸ ਤਰ੍ਹਾਂ ਟੋਟਲ ਜੋ 70 ਪੋਸਟਾਂ ਇਸ ਦੀਆਂ ਹਨ। ਏਜ ਕ੍ਰਾਈਟੇਰੀਆ ਦੀ ਗੱਲ ਕਰੀਏ ਤਾਂ ਉਹੀ ਏਜ ਕ੍ਰਾਈਟੇਰੀਆ ਹੈ ਜੋ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਮਿਨੀਮਮ ਜੋ ਏਜ ਹੈ ਉਹ 18 ਸਾਲ ਹੋਣੀ ਚਾਹੀਦੀ ਹੈ ਔਰ ਮੈਕਸਿਮਮ ਜੋ ਉਮਰ ਹੱਦ ਹੈ ਉਹ 37 ਸਾਲ ਹੈ। ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਡਰਾਈਵਰ ਆਪਰੇਟਰ ਦੇ ਲਈ ਜੋ ਮਿਨੀਮਮ ਕੁਆਲੀਫਿਕੇਸ਼ਨ ਹੈ ਉਹ ਹੈ ਜੀ ਮਿਡਲ ਸਟੈਂਡਰਡ, ਭਾਵ ਕਿ 8ਵੀਂ ਸ਼੍ਰੇਣੀ ਜਿਹੜੀ ਪਾਸ ਕੀਤੀ ਹੋਣੀ ਚਾਹੀਦੀ ਹੈ। ਦੂਸਰਾ ਇਹਦੇ ਵਿੱਚ ਕੀ ਹੈ, ਹੋਲਡਿੰਗ ਲਾਇਸੈਂਸ ਆਫ ਡਰਾਈਵਿੰਗ ਹੈਵੀ ਵਹੀਕਲਸ ਆਫ ਨੋਟ ਲੈਸ ਦੈਨ 5 ਇਅਰਸ ਪ੍ਰਾਇਰ ਟੂ ਦਾ ਡੇਟ ਆਫ ਰਿਕਰੂਟਮੈਂਟ ਇਨ ਫਾਇਰ ਸਰਵਿਸ, ਭਾਵ ਕਿ ਤੁਹਾਡੇ ਕੋਲ ਇੱਕ ਹੈਵੀ ਜਿਹੜਾ ਲਾਇਸੈਂਸ ਹੋਣਾ ਚਾਹੀਦਾ ਹੈ ਜੋ ਕਿ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਹੀ ਮਸਟ ਹੈਵ ਐਕਸਪੀਰੀਅੰਸ ਆਫ ਕੈਰਿੰਗ ਆਊਟ ਰਿਪੇਅਰਸ ਟੂ ਵਹੀਕਲਸ ਐਂਡ ਅਦਰ ਫਾਇਰ ਸਰਵਿਸ ਐਪਲੀਕੈਂਟਸ, ਭਾਵ ਕੀ ਹੈ ਕਿ ਤੁਹਾਨੂੰ ਕੁਛ ਨਾ ਕੁਛ ਇਸ ਖੇਤਰ ਦੇ ਵਿੱਚ ਤਜਰਬਾ ਵੀ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਤੁਹਾਡਾ ਡਰਾਈਵਿੰਗ ਦੇ ਵਿੱਚ ਜਾਂ ਰਿਪੇਅਰ ਦੇ ਵਿੱਚ ਵੀ ਜਿਹੜਾ ਤਜਰਬਾ ਲਾਜ਼ਮੀ ਹੈ। ਅਗਰ ਅਸੀਂ ਫਿਜ਼ਿਕ ਦੀ ਗੱਲ ਕਰੀਏ ਤਾਂ ਹਾਈਟ ਜੋ ਹੈ ਮਿਨੀਮਮ 5 ਫੁੱਟ 5 ਇੰਚ ਦੱਸੀ ਗਈ ਹੈ। ਚੈਸਟ ਜਿਹੜੀ 33.5 ਅਨਐਕਸਪੈਂਡਡ ਦੱਸੀ ਗਈ ਹੈ ਕਿ ਬਿਨਾ ਫਲਾਏ ਜੋ ਤੁਹਾਡੀ ਛਾਤੀ ਦਾ ਸਾਈਜ਼ ਹੈ 33.5 ਇੰਚ ਹੋਣਾ ਚਾਹੀਦਾ ਹੈ ਔਰ ਵਿਦ ਐਕਸਪੈਂਸ਼ਨ 1.5 ਇੰਚ ਦੀ ਜਿਹੜੀ ਐਕਸਪੈਂਸ਼ਨ ਉਹਦੇ ਵਿੱਚ ਹੋਣੀ ਚਾਹੀਦੀ ਹੈ। ਆਈ ਸੈਟ ਜੋ ਹੈ ਜੀ ਉਹ 6/6 ਹੋਣੀ ਲਾਜ਼ਮੀ ਹੈ। ਨੋਟ ਦਿੱਤਾ ਗਿਆ ਹੈ ਫਿਜ਼ੀਕ ਦੇ ਪੈਮਾਨੇ ਵਿੱਚ ਔਰਤਾਂ ਲੜਕੀਆਂ ਦੀ ਕੇਵਲ A ਅਤੇ C ਆਈ ਸਾਈਡ ਲਾਗੂ ਹੋਵੇਗੀ। ਚੈਸਟ ਤੋਂ ਜਿਹੜੀ ਐਕਸਪੈਂਸ਼ਨ ਹੈ ਜਾਂ ਚੈਸਟ ਦਾ ਜੋ ਸਾਈਜ਼ ਹੈ ਉਸ ਤੋਂ ਉਹਨਾਂ ਨੂੰ ਛੋੜ ਦਿੱਤੀ ਗਈ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਫਿਜ਼ੀਕਲ ਫਿਟਨੈਸ ਸਟੈਂਡਰਡ ਦੀ, ਕਿ ਹੋਰ ਤੁਹਾਨੂੰ ਇਸ ਦੇ ਲਈ ਕੀ ਕੁਝ ਕਰਨਾ ਪਏਗਾ। ਰਨਿੰਗ ਅ ਡਿਸਟੈਂਸ ਆਫ 100 ਯਾਰਡਸ ਵਿਦ ਅ weight ਆਫ 60 ਕਿਲੋਗ੍ਰਾਮ ਸਟੋਨਸ ਇਨ 1 ਮਿੰਟ। 100 ਗਜ ਦੀ ਤੁਸੀਂ ਦੂਰੀ ਤੈਅ ਕਰਨੀ ਹੈ 60 ਕਿਲੋਗ੍ਰਾਮ ਵਜਨ ਨੂੰ 1 ਮਿੰਟ ਦੇ ਵਿੱਚ ਉਠਾਉਂਦੇ ਹੋਏ। ਸੈਕੰਡ ਹੈ ਜੀ ਲਿਫਟਿੰਗ ਦਾ ਹੁੱਕ ਲੈਡਰ ਟੂ ਅ ਵਰਟੀਕਲ ਪੋਜੀਸ਼ਨ ਫਰੋਮ 3rd ਐਂਡ 6th ਰਾਊਂਡ। ਤੀਜੇ ਤੇ 6ਵੇਂ ਰਾਊਂਡ ਦੇ ਵਿੱਚ ਇੱਕ ਬੋਡੀ ਨੂੰ ਵਰਟੀਕਲ ਪੋਜੀਸ਼ਨ ਦੇ ਵਿੱਚ ਲੈ ਕੇ ਹੋਏ ਤੁਸੀਂ ਦੌੜਨਾ ਹੈ। ਕਲਾਈਮਿੰਗ ਏ ਰੋਪ
ਔਰ ਇਹ ਵਰਟੀਕਲ ਪਾਈਪ ਟੂ ਅ ਹਾਈਟ ਆਫ 8 to 10 ਫੀਟ ਫਰੋਮ ਦਾ ਗਰਾਊਂਡ, ਰੱਸੇ ਦੀ ਸਹਾਇਤਾ ਨਾਲ ਗਰਾਊਂਡ ਤੋਂ 8 ਤੋਂ 10 ਫੀਟ ਦੀ ਉਚਾਈ ਤੱਕ ਤੁਸੀਂ ਉੱਪਰ ਜਾਣਾ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਸਥਾਨਕ ਸਰਕਾਰਾਂ ਵਿਭਾਗ ਵਿੱਚ ਨਗਰ ਕੌਂਸਲ ਨਗਰ ਪੰਚਾਇਤਾਂ ਵਿੱਚ ਜੋ ਫਾਇਰਮੈਨ ਦੀਆਂ ਅਸਾਮੀਆਂ ਨਿਕਲੀਆਂ ਹਨ ਉਹਨਾਂ ਦੇ ਵਰਗੀਕਰਨ ਦੀ। ਤਾਂ ਉਸੇ ਤਰ੍ਹਾਂ ਅਗਰ ਆਪਾਂ ਜਨਰਲ ਕੈਟੇਗਰੀ ਦੀ ਗੱਲ ਕਰੀਏ ਤਾਂ 182 ਪੋਸਟਾਂ ਮੈਨ ਦੇ ਲਈ ਰਾਖਵੀਆਂ ਹਨ ਔਰ 142 ਪੋਸਟਾਂ ਵੂਮੈਨ ਦੇ ਲਈ ਰਾਖਵੀਆਂ ਹਨ। ਐਸਸੀ ਕੈਟੇਗਰੀ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਦੋ ਸਬ ਕੈਟੇਗਰੀਜ਼ ਹਨ, M&V ਭਾਵ ਕਿ ਮਜ਼੍ਹਬੀ ਐਂਡ ਬਾਲਮਿਕ 64 ਪੋਸਟਾਂ ਮੈਨ ਦੇ ਲਈ ਰਾਖਵੀਆਂ ਹਨ ਔਰ 51 ਪੋਸਟਾਂ ਵੂਮੈਨ ਦੇ ਲਈ ਰਾਖਵੀਆਂ ਹਨ। R&O ਰਾਮਦਾਸੀਆ ਐਂਡ ਅਦਰਸ 52 ਪੋਸਟਾਂ ਮੈਨ ਦੇ ਲਈ ਰਾਖਵੀਆਂ ਹਨ ਔਰ 36 ਪੋਸਟਾਂ ਵੂਮੈਨ ਦੇ ਲਈ ਰੱਖੀਆਂ ਗਈਆਂ ਹਨ। BC ਕੈਟੇਗਰੀ ਦੀ ਗੱਲ ਕਰਦੇ ਹਾਂ, 14 ਪੋਸਟਾਂ ਮੈਨ ਦੇ ਲਈ ਰਾਖਵੀਆਂ ਹਨ ਔਰ 47 ਪੋਸਟਾਂ ਵੂਮੈਨ ਦੇ ਲਈ ਰੱਖੀਆਂ ਗਈਆਂ ਹਨ। ਐਕਸ ਸਰਵਿਸਮੈਨ ਦੀ ਗੱਲ ਕਰਦੇ ਹਾਂ ਜੀ, ਜਨਰਲ ਕੈਟੇਗਰੀ ਦੇ ਲਈ 54 ਪੋਸਟਾਂ ਮੈਨ ਦੇ ਲਈ ਰਾਖਵੀਆਂ ਹਨ ਔਰ 48 ਪੋਸਟਾਂ ਵੂਮੈਨ ਦੇ ਲਈ ਰਾਖਵੀਆਂ ਹਨ। ਐਕਸ ਸਰਵਿਸਮੈਨ ਦੇ ਵਿੱਚ ਹੀ SC ਮਜ਼੍ਹਬੀ ਐਂਡ ਬਾਲਮਿਕ ਦੀ ਗੱਲ ਕਰਦੇ ਹਾਂ, 4 ਪੋਸਟਾਂ ਮੈਨ ਦੇ ਲਈ ਰਾਖਵੀਆਂ ਹਨ ਔਰ ਵੂਮੈਨ ਦੇ ਲਈ ਕੋਈ ਵੀ ਪੋਸਟ ਰਾਖਵੀਂ ਇਹਦੇ ਵਿੱਚ ਨਹੀਂ ਹੈ। ਸਪੋਰਟਸ ਕੈਟੇਗਰੀ ਦੀ ਗੱਲ ਕਰਦੇ ਹਾਂ ਜੀ, ਸਪੋਰਟਸ ਜਨਰਲ ਕੈਟੇਗਰੀ ਦੇ ਵਿੱਚ ਮੈਨ ਦੇ ਲਈ ਕੋਈ ਪੋਸਟ ਰਾਖਵੀਂ ਨਹੀਂ ਹੈ ਔਰ ਵੂਮੈਨ ਦੇ ਲਈ 3 ਪੋਸਟਾਂ ਨੂੰ ਰਾਖਵਾਂ ਰੱਖਿਆ ਗਿਆ ਹੈ। ਅਗਰ ਅਸੀਂ ਗੱਲ ਕਰਦੇ ਹਾਂ ਇਕਨੋਮਿਕਲ ਵਹੀਕਲ ਸੈਕਸ਼ਨ ਦੀ ਤਾਂ 5 ਪੋਸਟਾਂ ਮੈਨ ਦੇ ਲਈ ਰਾਖਵੀਆਂ ਹਨ ਔਰ 49 ਪੋਸਟਾਂ ਵੂਮੈਨ ਦੇ ਲਈ ਰਾਖਵੀਆਂ ਹਨ। ਤਾਂ ਇਸ ਤਰ੍ਹਾਂ ਅਗਰ ਅਸੀਂ ਟੋਟਲ ਦੇਖੀਏ ਤਾਂ 375 ਪੋਸਟਾਂ ਮੈਨ ਦੇ ਲਈ ਰਾਖਵੀਆਂ ਹਨ ਔਰ 376 ਪੋਸਟਾਂ ਵੂਮੈਨ ਦੇ ਲਈ ਰਾਖਵੀਆਂ ਹਨ ਔਰ ਟੋਟਲ ਜੋ 751 ਪੋਸਟਾਂ ਇਹਦੀਆਂ ਬਣਦੀਆਂ ਹਨ। ਏਜ ਕ੍ਰਾਈਟੇਰੀਆ ਉਹੀ ਹੈ ਜੀ, ਮਿਨੀਮਮ ਏਜ ਜੋ 18 ਸਾਲ ਚਾਹੀਦੀ ਹੈ ਇਹਨਾਂ ਪੋਸਟਾਂ ਦੇ ਲਈ ਔਰ ਮੈਕਸਿਮਮ ਏਜ ਹੈ ਜੋ 37 ਸਾਲ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਜਿਹੜੀ ਡੇਟ ਨੂੰ ਅਪਲਾਈ ਕਰਨਾ ਹੈ। ਕੁਆਲੀਫਿਕੇਸ਼ਨ ਦੀ ਅਗਰ ਆਪਾਂ ਗੱਲ ਕਰੀਏ ਜੀ ਤਾਂ ਜੋ ਕੁਆਲੀਫਿਕੇਸ਼ਨ ਹੈ ਮਿਨੀਮਮ ਮੈਟ੍ਰਿਕ ਹੋਣੀ ਚਾਹੀਦੀ ਹੈ ਔਰ ਅਗਰ ਕੋਈ ਡੀਮੋਬਿਲਾਈਜ਼ਡ ਸ਼ੋਲਜਰ ਹੈ ਤਾਂ ਉਸ ਨੂੰ ਇਸ ਤੋਂ ਮਤਲਬ ਪ੍ਰੈਫਰੈਂਸ ਦਿੱਤੀ ਜਾਏਗੀ ਇਹਨਾਂ ਪੋਸਟਾਂ ਦੇ ਵਿੱਚ। ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਫਿਜ਼ੀਕ ਫॉर ਡਾਇਰੈਕਟ ਰਿਕਰੂਟਮੈਂਟ। ਇਹਨਾਂ ਪੋਸਟਾਂ ਦੇ ਰਿਕਰੂਟਮੈਂਟ ਦੇ ਲਈ ਕੀ ਕੁਝ ਫਿਜ਼ੀਕ ਚਾਹੀਦੀ ਹੈ ਤਾਂ ਅਸੀਂ ਦੇਖ ਸਕਦੇ ਹਾਂ ਕਿ ਜੋ ਹਾਈਟ ਹੈ ਮਿਨੀਮਮ 5 ਫੁੱਟ 5 ਇੰਚ ਚਾਹੀਦੀ ਹੈ। ਚੈਸਟ ਹੈ ਜਿਹੜੀ 33.5 ਅਨਐਕਸਪੈਂਡਡ ਚਾਹੀਦੀ ਹੈ ਔਰ 1.5 ਜੋ ਇੰਚ ਦਾ ਜੋ ਇਹਦੇ ਵਿੱਚ ਐਕਸਪੈਂਸ਼ਨ ਚਾਹੀਦੀ ਹੈ। ਆਈ ਸਾਈਡ ਦੀ ਗੱਲ ਕਰੀਏ 6/6 ਚਾਹੀਦੀ ਹੈ ਦੋਨਾਂ ਅੱਖਾਂ ਦੇ ਲਈ ਔਰ ਇੱਕ ਸਪੈਸ਼ਲ ਨੋਟ ਦਿੱਤਾ ਗਿਆ ਹੈ ਕਿ ਸਿਰਫ A ਔਰ C ਲਾਗੂ ਹੋਏਗਾ ਔਰਤਾਂ ਦੇ ਲਈ, ਜੋ B ਪੁਆਇੰਟ ਹੈ ਚੈਸਟ ਵਾਲਾ ਉਸ ਤੋਂ ਔਰਤਾਂ ਨੂੰ ਛੋੜ ਦਿੱਤੀ ਗਈ ਹੈ। ਫਿਜ਼ੀਕਲ ਫਿਟਨੈਸ ਸਟੈਂਡਰਡ ਦੀ ਗੱਲ ਕਰੀਏ ਤਾਂ ਬਿਲਕੁਲ ਜੋ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਜਿਸ ਤਰ੍ਹਾਂ ਕਿ 100 ਯਾਰਡ ਦੌੜਨਾ ਹੈ 60 ਕਿਲੋਗ੍ਰਾਮ weight ਨੂੰ 1 ਮਿੰਟ ਦੇ ਲਈ ਉਠਾਉਂਦੇ ਹੋਏ। ਸੈਕੰਡ ਹੈ ਕਿ ਇੱਕ ਪੌੜੀ ਨੂੰ ਉਠਾ ਕੇ ਤੁਸੀਂ 3rd ਔਰ 6th ਰਾਊਂਡ ਦੇ ਵਿੱਚ ਵਰਟੀਕਲ ਪੋਜੀਸ਼ਨ ਦੇ ਵਿੱਚ ਲੈ ਕੇ ਦੌੜਨਾ ਹੈ। ਔਰ ਨੈਕਸਟ ਹੈ ਕਿ ਇੱਕ ਰੋਪ ਦੀ ਸਹਾਇਤਾ ਦੇ ਨਾਲ ਤੁਸੀਂ ਗਰਾਊਂਡ ਤੋਂ 8 ਤੋਂ 10 ਫੁੱਟ ਦੀ ਉਚਾਈ ਦੇ ਉੱਤੇ ਚੜ੍ਹਨਾ ਹੈ। ਤਾਂ ਇਹ ਕੁਝ ਜੋ ਫਿਟਨੈਸ ਸਟੈਂਡਰਡ ਹਨ ਜਿਨ੍ਹਾਂ ਨੂੰ ਤੁਸੀਂ ਪਾਰ ਕਰਨਾ ਹੋਏਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਜੋ ਡਰਾਈਵਰ ਆਪਰੇਟਰ ਦੀਆਂ ਅਸਾਮੀਆਂ ਨਿਕਲਦੀਆਂ ਹਨ ਉਹਨਾਂ ਦੇ ਵਰਗੀਕਰਨ ਦੇ ਬਾਰੇ ਵਿੱਚ। ਤਾਂ ਅਗਰ ਜਨਰਲ ਕੈਟੇਗਰੀ ਦੀ ਗੱਲ ਕਰੀਏ ਤਾਂ 112 ਪੋਸਟਾਂ ਕੇਵਲ ਮੈਨ ਦੇ ਲਈ ਰਾਖਵੀਆਂ ਹਨ ਔਰ 40 ਪੋਸਟਾਂ ਵੂਮੈਨ ਦੇ ਲਈ ਰਾਖਵੀਆਂ ਹਨ। SC ਕੈਟੇਗਰੀ ਦੇ ਵਿੱਚ ਮਜ਼੍ਹਬੀ ਐਂਡ ਬਾਲਮਿਕੀ ਦੀ ਗੱਲ ਕਰਦੇ ਹਾਂ 26 ਪੋਸਟਾਂ ਮੈਨ ਦੇ ਲਈ ਔਰ 36 ਪੋਸਟਾਂ ਵੂਮੈਨ ਦੇ ਲਈ ਰਾਖਵੀਆਂ ਹਨ। R&O ਰਾਮਦਾਸੀਆ ਐਂਡ ਅਦਰਸ 12 ਪੋਸਟਾਂ ਮੈਨ ਦੇ ਲਈ ਔਰ 1 ਪੋਸਟ ਵੂਮੈਨ ਦੇ ਲਈ ਰਾਖਵੀਂ ਕੀਤੀ ਗਈ ਹੈ। ਇਸੇ ਦੇ ਵਿੱਚ ਅਗਰ BC ਕੈਟੇਗਰੀ ਦੀ ਗੱਲ ਕਰਦੇ ਹਾਂ ਤਾਂ ਮੈਨ ਦੇ ਲਈ ਕੋਈ ਪੋਸਟ ਰਾਖਵੀਂ ਨਹੀਂ ਹੈ, ਵੂਮੈਨ ਦੇ ਲਈ 10 ਪੋਸਟਾਂ ਰਾਖਵੀਆਂ ਹਨ। ਐਕਸ ਸਰਵਿਸਮੈਨ ਜਰਨਲ ਦੇ ਲਈ 2 ਪੋਸਟਾਂ ਹਨ ਮੈਨ ਦੇ ਲਈ ਔਰ ਵੂਮੈਨ ਦੇ ਲਈ 12 ਪੋਸਟਾਂ ਨੂੰ ਰੱਖਿਆ ਗਿਆ ਹੈ। ਅਗਰ ਅਸੀਂ ਗੱਲ ਕਰਦੇ ਹਾਂ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਤਾਂ ਮੈਨ ਦੇ ਲਈ 0 ਪੋਸਟ ਹੈ ਔਰ ਵੂਮੈਨ ਦੇ ਲਈ 5 ਪੋਸਟਾਂ ਇਹਦੇ ਵਿੱਚ ਰਾਖਵੀਆਂ ਹਨ। ਤਾਂ ਅਸੀਂ ਦੇਖ ਸਕਦੇ ਹਾਂ ਕਿ ਅਗਰ ਟੋਟਲ ਪੋਸਟਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ 152 ਪੋਸਟਾਂ ਮੈਨ ਦੇ ਲਈ ਹਨ ਔਰ 104 ਪੋਸਟਾਂ ਵੂਮੈਨ ਦੇ ਲਈ ਰਾਖਵੀਆਂ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਜੋ ਟੋਟਲ ਪੋਸਟਾਂ ਹਨ ਡਰਾਈਵਰ ਆਪਰੇਟਰ ਦੀਆਂ ਉਹ ਹਨ ਜੀ 256। ਏਜ ਕ੍ਰਾਈਟੇਰੀਆ ਦੀ ਗੱਲ ਕਰੀਏ ਤਾਂ ਅਪਲਾਈ ਕਰਨ ਦੀ ਮਿਤੀ ਨੂੰ ਜੋ ਮਿਨੀਮਮ ਏਜ ਹੈ ਉਹ 18 ਸਾਲ ਦੀ ਚਾਹੀਦੀ ਹੈ ਔਰ ਮੈਕਸਿਮਮ ਜੋ ਉਮਰ ਹੈ ਉਹ 37 ਸਾਲ ਦੀ ਹੋ ਸਕਦੀ ਹੈ। ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹਦੇ ਲਈ ਜੋ ਵਿਦਿਅਕ ਯੋਗਤਾ ਹੈ ਉਹ ਮਿਡਲ ਸਟੈਂਡਰਡ ਹੈ। ਸੈਕੰਡ ਕੀ ਹੈ ਕਿ ਤੁਹਾਡੇ ਕੋਲ ਇੱਕ ਹੈਵੀ ਵਹੀਕਲ ਦਾ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਕਿ ਜੋ ਕਿ 5 ਸਾਲ ਤੋਂ ਜ਼ਿਆਦਾ ਪੁਰਾਣਾ ਨਹੀਂ ਹੋਣਾ ਚਾਹੀਦਾ ਔਰ ਇਸ ਖੇਤਰ ਦੇ ਵਿੱਚ ਤੁਹਾਨੂੰ ਜੋ ਵਹੀਕਲ ਚਲਾਉਣ ਦਾ ਔਰ ਉਸ ਦੀ ਰਿਪੇਅਰ ਕਰਨ ਦਾ ਜੋ ਤਜਰਬਾ ਹੈ ਉਹ ਵੀ ਹੋਣਾ ਚਾਹੀਦਾ ਹੈ। ਨੈਕਸਟ ਅਸੀਂ ਦੇਖਦੇ ਹਾਂ ਜੀ ਕਿ ਕੀ ਇਸ ਦੇ ਲਈ ਜੋ ਫਿਜ਼ੀਕ ਜਾਂ ਸਟੈਂਡਰਡ ਰੱਖੇ ਗਏ ਹਨ, ਕਿਸ ਤਰ੍ਹਾਂ ਦਾ ਤੁਹਾਡਾ ਮਤਲਬ ਕਿੰਨੀ ਹਾਈਟ ਤੁਹਾਨੂੰ ਚਾਹੀਦੀ ਹੈ ਤਾਂ ਉਸ ਦੀ ਅਸੀਂ ਗੱਲ ਕਰਦੇ ਹਾਂ। ਹਾਈਟ ਇਹਦੇ ਲਈ ਹੈਗੀ ਜੀ 5 ਫੁੱਟ 5 ਇੰਚ। ਚੈਸਟ ਜਿਹੜੀ ਵਿਦਆਊਟ ਐਕਸਪੈਂਡ ਕੀਤੇ ਹੋਏ 33.5 ਇੰਚ ਚਾਹੀਦੀ ਹੈ ਔਰ ਐਕਸਪੈਂਸ਼ਨ ਦੇ ਨਾਲ 1.5 ਇੰਚ ਦੇਖਿਆ ਜਾਏਗਾ। ਆਈ ਸਾਈਟ ਜੋ ਹੈ 6/6 ਚਾਹੀਦੀ ਹੈ। ਵੂਮੈਨ ਨੂੰ
जो पॉइंट ए हाइट और आईसाइट देखी जाएगी, उन्होंने चैसट की ਜਿਹੜੇ ਸਾਈਜ਼ ਤੋਂ ਉਹਨਾਂ ਨੂੰ ਛੋੜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੀ ਹੈ ਕਿ ਤੁਹਾਨੂੰ ਕੀ ਕੁਝ ਦੇਖਿਆ ਜਾਏਗਾ, ਇੱਕ ਤਾਂ ਤੁਹਾਨੂੰ ਕੀ ਹੈ ਕਿ 100 ਯਾਰਡ 100 ਗਜ ਦੀ ਦੂਰੀ ਤੁਸੀਂ ਤੈਅ ਕਰਨੀ ਹੋਏਗੀ 60 ਕਿਲੋਗ੍ਰਾਮ weight ਨੂੰ 1 ਮਿੰਟ ਦੇ ਲਈ ਉਠਾਉਂਦੇ ਹੋਏ। ਨੈਕਸਟ ਹੈ ਕਿ ਇੱਕ ਪੌੜੀ ਨੂੰ ਉਠਾ ਕੇ ਤੁਸੀਂ 3rd ਔਰ 6th ਰਾਉਂਡ ਦੇ ਵਿੱਚ ਵਰਟੀਕਲ ਪੋਜੀਸ਼ਨ ਦੇ ਵਿੱਚ ਲੈ ਕੇ ਪੌੜੀ ਨੂੰ ਦੌੜਨਾ ਹੈ। ਔਰ ਥਰਡ ਹੈ ਕਿ ਤੁਸੀਂ 8 ਤੋਂ 10 ਫੀਟ ਦੀ ਉਚਾਈ ਤੇ ਗਰਾਊਂਡ ਤੋਂ ਮਤਲਬ ਉੱਪਰ ਤੱਕ ਚੜ੍ਹਨਾ ਹੈ ਇੱਕ ਰੱਸੇ ਦੀ ਸਹਾਇਤਾ ਦੇ ਨਾਲ। ਤਾਂ ਇਹ ਕੁਝ ਜੋ ਸਟੈਂਡਰਡਸ ਹਨ ਜੋ ਤੁਹਾਨੂੰ ਪਾਰ ਕਰਨੇ ਪੈਣਗੇ। ਤਾਂ ਇੱਕ ਵਿਸ਼ੇਸ਼ ਨੋਟ ਦਿੱਤਾ ਗਿਆ ਜੀ, ਐਪਲੀਕੈਂਟ ਸ਼ੁੱਡ ਹੈਵ ਪਾਸਡ ਪੰਜਾਬੀ ਐਟ ਮੈਟ੍ਰਿਕੂਲੇਸ਼ਨ ਸਟੈਂਡਰਡ। ਪੰਜਾਬੀ ਜਿਹੜੀ ਦਾ ਵਿਸ਼ਾ ਜਿਹੜਾ ਤੁਸੀਂ ਲਾਜ਼ਮੀ ਤੌਰ ਤੇ ਮੈਟ੍ਰਿਕ ਦੇ ਵਿੱਚ ਪਾਸ ਕੀਤਾ ਹੋਵੇ, ਇਹ ਖਾਸ ਤੌਰ ਤੇ ਇਸ ਦੇ ਵਿੱਚ ਮੰਗ ਕੀਤੀ ਗਈ ਹੈ। ਤਾਂ ਨੈਕਸਟ ਅਸੀਂ ਦੇਖਦੇ ਹਾਂ ਜੀ ਹੋਰ ਇਸ ਦੇ ਵਿੱਚ ਕੀ ਕੁਝ ਨੋਟ ਦਿੱਤੇ ਗਏ ਹਨ, ਉਹਨਾਂ ਬਾਰੇ ਅਸੀਂ ਗੱਲ ਕਰਾਂਗੇ। ਉਕਤ ਅਸਾਮੀਆਂ ਦਾ ਕੈਟੇਗਰੀ ਵਾਈਜ਼ ਵਰਗੀਕਰਨ ਸੰਬੰਧਿਤ ਵਿਭਾਗ ਤੋਂ ਪ੍ਰਾਪਤ ਹੋਏ ਮੰਗ ਪੱਤਰ ਅਨੁਸਾਰ ਹੈ, ਜੋ ਕਿ ਭਵਿੱਖ ਵਿੱਚ ਸੰਬੰਧਿਤ ਵਿਭਾਗ ਸਰਕਾਰ ਤੋਂ ਪ੍ਰਾਪਤ ਸੂਚਨਾ ਫੈਸਲੇ ਸਨਮੁਖ ਤਬਦੀਲ ਵੀ ਕੀਤਾ ਜਾ ਸਕਦਾ ਹੈ। ਭਾਵ ਕੀ ਹੈ ਕਿ ਜੋ ਇਹ ਅਸਾਮੀਆਂ ਹਨ ਕਿਸੇ ਵੀ ਸਮੇਂ ਜੋ ਘਟਾਈਆਂ ਵਧਾਈਆਂ ਜਾ ਸਕਦੀਆਂ ਹਨ। ਇਸ ਦੇ ਬਾਰੇ ਵੀ ਪੁਆਇੰਟ ਨੰਬਰ 2 ਦੇ ਵਿੱਚ ਸਾਨੂੰ ਸਪਸ਼ਟ ਕੀਤਾ ਗਿਆ ਹੈ। ਸ਼੍ਰੇਣੀ ਕੋਡ ਦੀ ਗੱਲ ਕਰਦੇ ਹਾਂ ਕਿ ਇਹਨਾਂ ਅਸਾਮੀਆਂ ਦੇ ਸ਼੍ਰੇਣੀ ਕੋਡ ਜੋ ਸਾਨੂੰ ਦਿੱਤੇ ਗਏ ਹਨ ਉਹਨਾਂ ਨੂੰ ਬਿਲਕੁਲ ਧਿਆਨਪੂਰਵਕ ਪੜ੍ਹਨਾ ਹੈ, ਕਿਉਂਕਿ ਇੱਕ ਵਾਰ ਜੋ ਤੁਸੀਂ ਕੋਡ ਭਰ ਦਿੱਤਾ ਉਹ ਕਿਸੇ ਵੀ ਹਾਲਤ ਦੇ ਵਿੱਚ ਜਦੋਂ ਤੁਸੀਂ ਐਪਲੀਕੇਸ਼ਨ ਆਨਲਾਈਨ ਸਬਮਿਟ ਕਰਤੀ ਉਸ ਤੋਂ ਬਾਅਦ ਉਹ ਚੇਂਜ ਨਹੀਂ ਹੋਏਗਾ। ਤਾਂ ਨੈਕਸਟ ਅਸੀਂ ਦੇਖਦੇ ਹਾਂ ਜੀ ਹੋਰ ਇਸ ਦੇ ਵਿੱਚ ਕੀ ਦੱਸਿਆ ਗਿਆ ਹੈ ਸਾਨੂੰ। ਹਾਂਜੀ, ਤਾਂ ਮੇਨ ਅਸੀਂ ਜੋ ਗੱਲ ਕਰਨੀ ਹੈ ਜੀ ਉਹ ਕੈਟੇਗਰੀ ਵਾਈਜ਼ ਜੋ ਸਾਨੂੰ ਕੋਡ ਦਿੱਤੇ ਗਏ ਹਨ ਉਹਨਾਂ ਕੋਡਸ ਦੀ ਗੱਲ ਕਰਨੀ ਹੈ। ਜਿਸ ਤਰ੍ਹਾਂ ਕਿ ਜੇ ਆਪਾਂ ਜਨਰਲ ਕੈਟੇਗਰੀ ਦੀ ਗੱਲ ਕਰੀਏ ਤਾਂ ਇਸ ਦਾ ਜੋ ਕੋਡ ਹੈ ਜੀ 101 ਕੋਡ ਹੈ। EWS ਇਕਨੋਮਿਕਲੀ ਵੀਕਰ ਸੈਕਸ਼ਨ ਜਨਰਲ ਕੈਟੇਗਰੀ ਦੇ ਲਈ ਜੋ ਕੋਡ ਹੈ ਜੀ 102 ਕੋਡ ਹੈ। SC ਮਜ਼੍ਹਬੀ ਐਂਡ ਬਾਲਮੀਕੀ ਦੇ ਲਈ 103 ਕੋਡ ਹੈ। SC ਆਰ ਐਂਡ ਓ ਰਮਦਾਸੀ ਐਂਡ ਅਦਰਸ ਇਹਦੇ ਲਈ 104 ਕੋਡ ਹੈ। ਇਸ ਤਰ੍ਹਾਂ ਅਗਰ ਆਪਾਂ BC ਕੈਟੇਗਰੀ ਦੀ ਗੱਲ ਕਰੀਏ, ਪਛੜੀ ਸ਼੍ਰੇਣੀ ਦੀ ਗੱਲ ਕਰੀਏ, ਇਹਨਾਂ ਦਾ ਕੋਡ 105 ਹੈ। ਐਕਸ ਸਰਵਿਸਮੈਨ ਜਨਰਲ ਸੈਲਫ ਦੇ ਲਈ 106 ਕੋਡ ਹੈ। ਐਕਸ ਸਰਵਿਸਮੈਨ ਜਨਰਲ ਡਿਪੈਂਡੈਂਟ ਦੇ ਲਈ 107 ਕੋਡ ਹੈ। ਐਕਸ ਸਰਵਿਸਮੈਨ BC ਦੇ ਲਈ 112 ਕੋਡ ਹੈ। ਐਕਸ ਸਰਵਿਸਮੈਨ BC ਡਿਪੈਂਡੈਂਟ ਦੇ ਲਈ 113 ਕੋਡ ਹੈ। ਸਪੋਰਟਸ ਜਨਰਲ ਕੈਟੇਗਰੀ ਦੇ ਲਈ 114 ਕੋਡ ਹੈ। ਸਪੋਰਟਸ SC ਮਜ਼੍ਹਬੀ ਐਂਡ ਬਾਲਮੀਕੀ ਦੇ ਲਈ 115 ਕੋਡ ਹੈ। ਫਿਜ਼ੀਕਲ ਹੈਂਡੀਕੈਪਡ ਦੇ ਲਈ 117 ਕੋਡ ਜੋ ਹੈ ਰੱਖਿਆ ਗਿਆ ਹੈ। ਤਾਂ ਇਹਨਾਂ ਕੋਡਸ ਨੂੰ ਤੁਸੀਂ ਬਹੁਤ ਹੀ ਧਿਆਨਪੂਰਵਕ ਭਰਨਾ ਹੈ। ਹੁਣ ਅਸੀਂ ਦੇਖੋ ਗੱਲ ਕਰਨ ਜਾ ਰਹੇ ਹਾਂ ਜੀ ਕਿ ਇਹਨਾਂ ਜਿਹੜੇ ਪੋਸਟਾਂ ਦੇ ਲਈ ਕਿੰਨੀ ਤਨਖਾਹ ਹੋਏਗੀ। ਅਗਰ ਆਪਾਂ ਗੱਲ ਕਰਦੇ ਹਾਂ ਫਾਇਰਮੈਨ ਦੀ ਤਾਂ ਇਸ ਅਸਾਮੀ ਦਾ ਸਕੇਲ ਕੇਂਦਰ ਸਰਕਾਰ ਦੇ 7ਵੇਂ ਪੇ ਕਮਿਸ਼ਨ ਵੱਲੋਂ ਜਾਰੀ ਪੇ ਮੈਟ੍ਰਿਕਸ 19,900 ਦੇ ਜਿਹੜਾ ਪੇ ਮੈਟ੍ਰਿਕਸ ਨੂੰ ਕਵਰ ਕੀਤਾ ਜਾਏਗਾ। ਜੋ ਅਸਾਮੀ ਨੈਕਸਟ ਹੈ ਜੀ ਡਰਾਈਵਰ ਆਪਰੇਟਰ ਦੀ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਹਿਲੇ 3 ਸਾਲ ਲਈ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਵੱਲੋਂ ਜਾਰੀ ਪੇ ਮੈਟ੍ਰਿਕਸ 21,700 ਦੇ ਵਿੱਚ ਇਸ ਨੂੰ ਲਿਆ ਜਾਏਗਾ। ਉਮਰ ਸੀਮਾ ਦੀ ਗੱਲ ਕਰਦੇ ਹਾਂ ਜੀ, ਜੋ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਉਮਰ ਸੀਮਾ ਜੋ ਹੈ 1/1/2023 ਨੂੰ ਦੇਖੀ ਜਾਏਗੀ। ਮਿਨੀਮਮ ਏਜ ਜੋ 18 ਸਾਲ ਹੈ ਔਰ ਮੈਕਸਿਮਮ ਜੋ 37 ਸਾਲ ਦੀ ਹੋਣੀ ਚਾਹੀਦੀ ਹੈ। ਜੋ ਵਿਅਕਤੀ SC ਔਰ BC ਸ਼੍ਰੇਣੀ ਦੇ ਨਾਲ ਸੰਬੰਧ ਰੱਖਦੇ ਹਨ, ਭਾਵ ਕਿ ਅਨੁਸੂਚਿਤ ਜਾਤੀ ਔਰ ਪਛੜੀ ਸ਼੍ਰੇਣੀ ਦੇ ਨਾਲ ਸੰਬੰਧਿਤ ਹਨ, ਉਹਨਾਂ ਦੇ ਲਈ ਜੋ ਵੱਧੋ ਵੱਧ ਜੋ ਉਮਰ ਦੀ ਉੱਪਰਲੀ ਸੀਮਾ ਹੈ ਉਹ 42 ਸਾਲ ਹੋਏਗੀ। ਇਸ ਤਰ੍ਹਾਂ ਜੋ ਕਿ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਦੇ ਮੁਲਾਜ਼ਮ ਹਨ ਉਹਨਾਂ ਦੇ ਲਈ ਜੋ ਉਮਰ ਸੀਮਾ ਹੈ ਉਹ 45 ਸਾਲ ਕੀਤੀ ਗਈ ਹੈ, ਭਾਵ ਕਿ ਉਹਨਾਂ ਨੂੰ 8 ਸਾਲ ਦੀ ਜੋ ਵਿਸ਼ੇਸ਼ ਛੋਟ ਦਿੱਤੀ ਗਈ ਹੈ। ਤਾਂ ਨੈਕਸਟ ਆਪਾਂ ਗੱਲ ਕਰਦੇ ਹਾਂ ਜੀ ਫੀਸ ਦੀ, ਕਿੰਨੀ ਫੀਸ ਇਹਨਾਂ ਅਸਾਮੀਆਂ ਦੇ ਲਈ ਜੋ ਸਾਨੂੰ ਦੇਣੀ ਪਏਗੀ ਤਾਂ ਉਸ ਦੀ ਗੱਲ ਕਰਦੇ ਹਾਂ। ਆਮ ਵਰਗ ਦੇ ਲਈ ਜੋ ਇਸ ਦੀ ਫੀਸ ਹੈ ਜੀ ਜਨਰਲ ਕੈਟੇਗਰੀ ਦੇ ਲਈ 1000 ਰੁਪਇਆ ਹੈ। SC ਔਰ BC ਕੈਟੇਗਰੀ ਦੇ ਲਈ ਜਾਂ ਇਕਨੋਮਿਕਲੀ ਵੀਕਰ ਸੈਕਸ਼ਨ ਦੇ ਲਈ 250 ਰੁਪਏ ਫੀਸ ਰੱਖੀ ਗਈ ਹੈ। ਸਾਬਕਾ ਫੌਜੀ ਔਰ ਆਸ਼ਰਿਤਾਂ ਦੇ ਲਈ 200 ਰੁਪਇਆ ਫੀਸ ਹੈ। ਔਰ ਜੋ ਦਿਵਿਆਂਗ ਹਨ, ਭਾਵ ਕਿ ਜੋ ਫਿਜ਼ੀਕਲੀ ਹੈਂਡੀਕੈਪਡ ਹਨ, ਉਹਨਾਂ ਦੇ ਲਈ 500 ਰੁਪਇਆ ਫੀਸ ਹੈ ਜੋ ਇਹਨਾਂ ਪੋਸਟਾਂ ਦੇ ਲਈ ਰੱਖੀ ਗਈ ਹੈ। ਨੈਕਸਟ ਇੱਕ ਇਹਦੇ 'ਚ ਨੋਟ ਦਿੱਤਾ ਗਿਆ ਹੈ ਜੀ ਕਿ ਇੱਕ ਵਾਰ ਜੋ ਤੁਸੀਂ ਫੀਸ ਭਰ ਦਿੱਤੀ ਉਹ ਵਾਪਸ ਨਹੀਂ ਹੋਵੇਗੀ। ਔਰ ਲਿਖਤੀ ਪ੍ਰੀਖਿਆ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਦੀ ਕੌਂਸਲਿੰਗ ਅਤੇ ਹਰ ਤਰ੍ਹਾਂ ਦੀ ਜਾਣਕਾਰੀ ਜਿਵੇਂ ਪ੍ਰੀਖਿਆ ਦੀ ਮਿਤੀ, ਸੰਭਾਵਿਤ ਸਿਲੇਬਸ, ਪ੍ਰੀਖਿਆ ਕੇਂਦਰ ਆਦਿ ਸਿਰਫ ਬੋਰਡ ਦੀ ਵੈਬਸਾਈਟ ssb.punjab.gov.in ਤੇ ਹੀ ਅਪਲੋਡ ਕੀਤੀ ਜਾਵੇਗੀ। ਇਸ ਕਰਕੇ ਉਮੀਦਵਾਰਾਂ ਵੱਲੋਂ ਬੋਰਡ ਦੀ ਵੈਬਸਾਈਟ ਲਾਜ਼ਮੀ ਤੌਰ ਤੇ ਚੈੱਕ ਕਰਦੇ ਰਹਿਣਾ ਹੋਵੇਗਾ। ਕਿਸੇ ਵੀ ਉਮੀਦਵਾਰ ਨਾਲ ਵਿਅਕਤੀਗਤ ਤੌਰ ਤੇ ਕੋਈ ਪੱਤਰ ਵਿਹਾਰ ਨਹੀਂ ਕੀਤਾ ਜਾਏਗਾ। ਹੁਣ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਸਭ ਤੋਂ ਜੋ ਇੰਪੋਰਟੈਂਟ ਚੀਜ਼ ਹੈ ਕਿ ਅਪਲਾਈ ਕਰਨ ਦੀ ਵਿਧੀ, ਕਿਸ ਤਰ੍ਹਾਂ ਅਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਤਾਂ ਉਸ ਦੇ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ। ਤਾਂ ਜੋ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦਾ ਹੈ ਉਸਨੇ ਬੋਰਡ ਦੀ ਵੈਬਸਾਈਟ ssb.punjab.gov.in ਤੇ
ਆਨਲਾਈਨ ਤਰੀਕੇ ਦੇ ਨਾਲ ਕਲਿੱਕ ਕਰਕੇ 28 ਜਨਵਰੀ 23 ਤੋਂ 28 ਫਰਵਰੀ 2023 ਤੱਕ ਆਨਲਾਈਨ ਹੀ ਅਪਲਾਈ ਕਰਨਾ ਹੈ। ਕਿਸੇ ਵੀ ਹੋਰ ਵਿਧੀ ਰਾਹੀਂ ਅਗਰ ਅਪਲਾਈ ਕੀਤਾ ਜਾਂਦਾ ਹੈ ਤਾਂ ਉਸ ਨੂੰ ਨਹੀਂ ਮੰਨਿਆ ਜਾਏਗਾ। ਆਨਲਾਈਨ ਅਪਲਾਈ ਕਰਨ ਸੰਬੰਧੀ ਜੋ ਵੀ ਹਦਾਇਤਾਂ ਹਨ ਉਹ ਬੋਰਡ ਦੀ ਵੈਬਸਾਈਟ ਤੇ ਮੌਜੂਦ ਹਨ। ਉਸ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹਨਾਂ ਹਦਾਇਤਾਂ ਨੂੰ ਪੜ੍ਹ ਸਕਦੇ ਹਾਂ। ਬਿਨੈਕਾਰ ਨੂੰ ਹਰ ਅਸਾਮੀ ਲਈ ਵੱਖਰਾ ਆਨਲਾਈਨ ਫਾਰਮ ਤੇ ਵੱਖਰੀ ਫੀਸ ਭਰਨੀ ਹੋਵੇਗੀ। ਭਾਵ ਜੇਕਰ ਕੋਈ ਬਿਨੈਕਾਰ 2 ਜਾਂ 3 ਅਸਾਮੀਆਂ ਦੇ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 2-3 ਵਾਰ ਆਨਲਾਈਨ ਫਾਰਮ ਸਬਮਿਟ ਕਰਨੇ ਹੋਣਗੇ ਔਰ ਹਰੇਕ ਫਾਰਮ ਦੀ ਜਿਹੜੀ ਵੱਖਰੀ ਫੀਸ ਆ ਉਸ ਨੂੰ ਭਰਨੀ ਹੋਏਗੀ। ਇੱਕ ਇਹਦੇ ਵਿੱਚ ਸਾਨੂੰ ਜੋ ਖਾਸ ਦੱਸਿਆ ਗਿਆ ਹੈ ਕਿ ਉਮੀਦਵਾਰ ਅਸਾਮੀ ਦੀ ਚੋਣ ਕਰਨ ਉਪਰੰਤ ਸਭ ਤੋਂ ਪਹਿਲਾਂ ਨਿੱਜੀ ਅਤੇ ਵਿਦਿਅਕ ਜਾਣਕਾਰੀ ਭਰ ਕੇ ਰਜਿਸਟਰ ਹੋਏਗਾ। ਰਜਿਸਟ੍ਰੇਸ਼ਨ ਸਫਲ ਹੋਣ ਉਪਰੰਤ ਉਸ ਨੂੰ ਇੱਕ ਯੂਜ਼ਰ ਨੇਮ ਜਨਰੇਟ ਹੋ ਜਾਵੇਗਾ, ਜਿਸ ਦੀ ਵਰਤੋਂ ਕਰਕੇ ਉਮੀਦਵਾਰ ਫਿਰ ਤੋਂ ਲੌਗਇਨ ਕਰਕੇ ਸਟੈਪ ਵਾਈਜ਼ ਹਰ ਪੱਖੋਂ ਮੁਕੰਮਲ ਐਪਲੀਕੇਸ਼ਨ ਫਾਰਮ ਭਰਨਗੇ ਅਤੇ ਇਸ ਨੂੰ ਸਬਮਿਟ ਕਰਨਗੇ। ਪਰੰਤੂ ਇਹ ਐਪਲੀਕੇਸ਼ਨ ਫਾਰਮ ਫੀਸ ਦੀ ਸਫਲਤਾਪੂਰਵਕ ਅਦਾਇਗੀ ਹੋਣ ਉਪਰੰਤ ਹੀ ਸਵੀਕਾਰ ਕੀਤਾ ਜਾਏਗਾ। ਨੈਕਸਟ ਹੈ ਜੀ, ਉਮੀਦਵਾਰ ਆਨਲਾਈਨ ਐਪਲੀਕੇਸ਼ਨ ਫਾਰਮ ਭਰਨ ਸਮੇਂ ਆਪਣੀ ਪਾਸਪੋਰਟ ਸਾਈਜ਼ ਫੋਟੋਗ੍ਰਾਫ, ਹਸਤਾਖਰ ਅਤੇ ਲੋੜੀਂਦੇ ਵਿਦਿਅਕ ਯੋਗਤਾ ਜਿਵੇਂ ਕਿ ਮੈਟ੍ਰਿਕ ਦਾ ਜਨਮ ਮਿਤੀ ਵਾਲਾ ਸਰਟੀਫਿਕੇਟ, 12ਵੀਂ ਸਰਟੀਫਿਕੇਟ ਅਤੇ ਗ੍ਰੈਜੂਏਸ਼ਨ ਸਰਟੀਫਿਕੇਟ ਆਦਿ ਸਕੈਨ ਕਰਕੇ ਅਪਲੋਡ ਕਰਨਗੇ। ਇਹਨਾਂ ਦਸਤਾਵੇਜ਼ਾਂ ਦੇ ਅਪਲੋਡ ਹੋਣ ਤੇ ਆਨਲਾਈਨ ਫਾਰਮ ਸਬਮਿਟ ਹੋਣ ਤੋਂ ਬਾਅਦ ਇੱਕ ਦਿਨ ਛੱਡ ਕੇ ਅਗਲੇ ਦਿਨ ਭਾਵ ਫਾਰਮ ਸਬਮਿਟ ਕਰਨ ਤੋਂ ਤੀਸਰੇ ਦਿਨ ਤੋਂ ਹੀ ਫੀਸ ਹੈ ਜਿਹੜੀ ਅਦਾਇਗੀ ਹੋਏਗੀ। ਤਾਂ ਜਿਸ ਦਿਨ ਤੁਸੀਂ ਫਾਰਮ ਭਰਤਾ ਜੀ ਉਸ ਤੋਂ ਬਾਅਦ ਇੱਕ ਦਿਨ ਛੱਡ ਕੇ ਤੀਸਰੇ ਦਿਨ ਹੀ ਜੋ ਤੁਹਾਡੀ ਬੈਂਕ ਦੇ ਵਿੱਚ ਫੀਸ ਜਮ੍ਹਾਂ ਹੋਏਗੀ। ਅਪਲਾਈ ਕਰਨ ਦੀ ਲੋੜੀਂਦੀ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 3 ਮਾਰਚ 2023 ਹੋਵੇਗੀ। ਫੀਸ ਭਰਨ ਲਈ ਉਮੀਦਵਾਰ ਰਜਿਸਟ੍ਰੇਸ਼ਨ ਕਰਨ ਉਪਰੰਤ ਬੋਰਡ ਦੀ ਵੈਬਸਾਈਟ ਤੇ ਮੌਜੂਦ ਭਰਤੀ ਦੇ ਲਿੰਕ ਤੇ ਕਲਿੱਕ ਕਰਕੇ ਅਪਲੋਡ ਫੋਟੋ ਸਾਈਨ ਪੇ ਫੀ ਪ੍ਰਿੰਟ ਐਪਲੀਕੇਸ਼ਨ ਲਿੰਕ ਤੇ ਕਲਿੱਕ ਕਰਕੇ ਲੌਗਇਨ ਕਰਨਗੇ। ਬੋਰਡ ਦੀ ਵੈਬਸਾਈਟ ਤੇ ਲੌਗਇਨ ਕਰਨ ਲਈ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ, ਡੇਟ, ਮੰਥ, ਈਅਰ ਫਾਰਮੈਟ ਵਿੱਚ ਭਰਨੀ ਹੋਵੇਗੀ। ਆਨਲਾਈਨ ਫੀਸ ਭਰਨ ਲਈ ਬੈਂਕ ਦੀ ਵੈਬਸਾਈਟ ਤੇ ਲੌਗਇਨ ਕਰਨ ਲਈ ਰਜਿਸਟ੍ਰੇਸ਼ਨ ਨੰਬਰ ਅਤੇ ਜਨਮ ਮਿਤੀ, ਡੇਟ, ਮੰਥ, ਈਅਰ ਫਾਰਮੈਟ ਵਿੱਚ ਭਰਨੀ ਹੋਏਗੀ। ਉਮੀਦਵਾਰ ਵੱਲੋਂ ਆਨਲਾਈਨ ਐਪਲੀਕੇਸ਼ਨ ਸਬਮਿਟ ਕਰਨ ਉਪਰੰਤ ਵੈਬਸਾਈਟ ਤੇ ਮੌਜੂਦ ਅਪਲੋਡ ਫੋਟੋ ਸਾਈਨ ਫੀਸ ਐਪਲੀਕੇਸ਼ਨ ਲਿੰਕ ਤੇ ਕਲਿੱਕ ਕਰਕੇ ਫੀਸ ਦਾ ਭੁਗਤਾਨ ਕਰ ਸਕਣਗੇ। ਉਮੀਦਵਾਰ ਆਨਲਾਈਨ ਐਪਲੀਕੇਸ਼ਨ ਫਾਰਮ ਸਬਮਿਟ ਜਮ੍ਹਾਂ ਹੋਣ ਦੀ ਮਿਤੀ ਤੋਂ ਬਾਅਦ ਇੱਕ ਦਿਨ ਛੱਡ ਕੇ ਅਗਲੀ ਮਿਤੀ ਤੋਂ ਲੈ ਕੇ ਫੀਸ ਅਦਾ ਕਰਨ ਦੀ ਆਖਰੀ ਮਿਤੀ 3 ਮਾਰਚ 2023 ਤੱਕ ਕਿਸੇ ਵੀ ਕੰਮ ਕਾਜ ਵਾਲੇ ਦਿਨ ਸਟੇਟ ਬੈਂਕ ਆਫ ਇੰਡੀਆ ਦੀ ਕਿਸੇ ਵੀ ਸ਼ਾਖਾ ਵਿੱਚ ਚਲਾਨ ਰਾਹੀਂ ਜਾਂ ਕਿਸੇ ਵੀ ਦਿਨ ਨੈਟ ਬੈਂਕਿੰਗ ਜਾਂ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਜਾਂ UPI ਰਾਹੀਂ ਫੀਸ ਜਮ੍ਹਾਂ ਕਰਵਾ ਸਕਣੇ। ਕਿਸੇ ਕਾਰਨ ਫੀਸ ਜਮ੍ਹਾਂ ਨਾ ਹੋਣ ਦੀ ਸੂਰਤ ਵਿੱਚ ਬੋਰਡ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ। ਉਮੀਦਵਾਰ ਦੁਆਰਾ ਲੋੜੀਂਦੀ ਫੀਸ ਜਮ੍ਹਾਂ ਕਰਾਉਣ ਉਪਰੰਤ ਹੀ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਸਕੇਗੀ ਅਤੇ ਆਨਲਾਈਨ ਐਪਲੀਕੇਸ਼ਨ ਫਾਰਮ ਸਵੀਕਾਰ ਕੀਤਾ ਜਾਏਗਾ। ਇਸ ਉਪਰੰਤ ਹੀ ਫੀਸ ਅਦਾ ਕਰਨ ਦੀ ਮਿਤੀ ਤੋਂ ਭਾਵ 2 ਦਿਨ ਛੱਡ ਕੇ ਅਗਲੀ ਮਿਤੀ ਤੋਂ ਆਨਲਾਈਨ ਐਪਲੀਕੇਸ਼ਨ ਫਾਰਮ ਜਨਰੇਟ ਡਾਊਨਲੋਡ ਹੋ ਸਕੇਗਾ। ਉਮੀਦਵਾਰ ਇਸ ਫਾਰਮ ਦਾ ਪ੍ਰਿੰਟ ਲੈ ਕੇ ਭਵਿੱਖ ਲਈ ਸੰਭਾਲ ਕੇ ਰੱਖਣ ਲਈ ਜ਼ਿੰਮੇਵਾਰ ਹੋਣਗੇ। ਨੈਕਸਟ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਉਮੀਦਵਾਰ ਵੱਲੋਂ ਆਨਲਾਈਨ ਫਾਰਮ ਭਰਨ ਸਮੇਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਿਰਫ ਐਪਲੀਕੇਸ਼ਨ ਫਾਰਮ ਆਨਲਾਈਨ ਸਬਮਿਟ ਕਰਨ ਤੋਂ ਪਹਿਲਾਂ ਹੀ ਉਸ ਪਾਸ ਫਾਰਮ ਵਿੱਚ ਸੋਧ ਕਰਨ ਦਾ ਮੌਕਾ ਹੋਵੇਗਾ। ਉਮੀਦਵਾਰ ਦੁਆਰਾ ਇੱਕ ਵਾਰ ਐਪਲੀਕੇਸ਼ਨ ਫਾਰਮ ਸਬਮਿਟ ਕਰਨ ਉਪਰੰਤ ਕਿਸੇ ਵੀ ਹਾਲਤ ਵਿੱਚ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੋਧ ਨਹੀਂ ਕੀਤੀ ਜਾ ਸਕੇਗੀ ਅਤੇ ਨਾ ਹੀ ਕੋਈ ਸੋਧ ਕਰਨ ਸੰਬੰਧੀ ਉਮੀਦਵਾਰ ਕੋਈ ਪ੍ਰਤੀਬੇਨਤੀ ਮੰਗ ਦਫ਼ਤਰ ਵੱਲੋਂ ਸਵੀਕਾਰ ਕੀਤੀ ਜਾਏਗੀ। ਨੈਕਸਟ ਇਹਦੇ ਵਿੱਚ ਦੱਸਿਆ ਗਿਆ ਕਿਸੇ ਵੀ ਉਮੀਦਵਾਰ ਨੂੰ ਫੀਸ ਦੀ ਮੁਆਫੀ ਛੋਟ ਨਹੀਂ ਦਿੱਤੀ ਜਾਵੇਗੀ। ਅੱਗੇ ਹੈ ਜੀ, ਕਿਸੇ ਹੋਰ ਵਿਧੀ ਰਾਹੀਂ ਭੇਜੀ ਗਈ ਅਰਜ਼ੀ ਜਾਂ ਕਿਸੇ ਹੋਰ ਵਿਧੀ ਰਾਹੀਂ ਜਮ੍ਹਾਂ ਕਰਵਾਈ ਗਈ ਫੀਸ ਨੂੰ ਵੀ ਵੈਲਿਡ ਨਹੀਂ ਮੰਨਿਆ ਜਾਏਗਾ। ਨੈਟ ਬੈਂਕਿੰਗ, ਕ੍ਰੈਡਿਟ ਕਾਰਡ, ਡੈਬਿਟ ਕਾਰਡ, UPI ਰਾਹੀਂ ਅਦਾ ਕੀਤੀ ਗਈ ਫੀਸ ਕਿਸੇ ਵੀ ਕਾਰਨ ਕਰਕੇ ਸਫਲ ਹੋਣ ਦੀ ਸੂਰਤ ਵਿੱਚ ਉਮੀਦਵਾਰ ਦੀ ਜੋ ਐਪਲੀਕੇਸ਼ਨ ਜਮ੍ਹਾਂ ਹੋਈ ਨਹੀਂ ਮੰਨੀ ਜਾਏਗੀ ਅਤੇ ਨਾ ਹੀ ਫੀਸ ਉਸ ਦੀ ਮੋੜਨਯੋਗ ਹੋਏਗੀ। ਚੋਣ ਵਿਧੀ ਦੀ ਆਪਾਂ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਤੁਹਾਡੀ ਜੋ ਸਿਲੈਕਸ਼ਨ ਹੋਏਗੀ ਇਹਨਾਂ ਪੋਸਟਾਂ ਦੇ ਲਈ, ਤਾਂ ਇਹਦੇ ਵਿੱਚ ਦੱਸਿਆ ਗਿਆ ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵਕ ਬਿਨੈ ਕਰਨ ਵਾਲੇ ਉਮੀਦਵਾਰ ਦੀ ਲਿਖਤੀ ਪ੍ਰੀਖਿਆ ਲਈ ਜਾਏਗੀ। ਲਿਖਤੀ ਪ੍ਰੀਖਿਆ ਦਾ ਸੰਭਾਵਿਤ ਸਿਲੇਬਸ ਅਤੇ ਚੋਣ ਵਿਧੀ ਦਾ ਪੈਟਰਨ ਬਾਅਦ ਵਿੱਚ ਬੋਰਡ ਦੀ ਵੈਬਸਾਈਟ ਤੇ ਪ੍ਰਕਾਸ਼ਿਤ ਕੀਤਾ ਜਾਵੇਗਾ। ਲਿਖਤੀ ਪ੍ਰੀਖਿਆ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਨੂੰ ਪ੍ਰਾਪਤ ਅੰਕਾਂ ਦੇ ਆਧਾਰ ਤੇ ਬਣੀ ਮੈਰਿਟ ਮੁਤਾਬਕ ਬੋਰਡ ਵੱਲੋਂ ਲਏ ਗਏ ਫੈਸਲੇ ਦੇ ਆਧਾਰ ਤੇ ਕਾਉਂਸਲਿੰਗ ਲਈ ਬੁਲਾਇਆ ਜਾਏਗਾ। ਹੁਣ ਦੇਖੋ, ਉਮੀਦਵਾਰ ਕਿਹੜੀਆਂ ਸਥਿਤੀਆਂ ਦੇ ਵਿੱਚ ਉਮੀਦਵਾਰ ਦੀ ਜੋ ਪਾਤਰਤਾ ਉਹ ਰੱਦ ਕੀਤੀ ਜਾ ਸਕਦੀ ਹੈ। ਪਹਿਲਾ ਤਾਂ ਇਹ ਹੈ ਕਿ ਅਗਰ ਉਸਨੇ ਪੰਜਾਬੀ ਜਿਹੜੀ ਉਹ ਲਾਜ਼ਮੀ ਤੌਰ ਤੇ ਨਹੀਂ ਪੜ੍ਹੀ ਮੈਟ੍ਰਿਕ ਤੱਕ। ਦੂਸਰਾ ਹੈ ਕਿ ਉਸਦੀ ਜੋ ਪੂਰੀ ਫੀਸ ਪ੍ਰਾਪਤ ਨਹੀਂ ਹੋਈ। ਤੀਸਰਾ ਕਿ ਬਿਨੈ ਪੱਤਰ ਵਿੱਚ ਕੋਈ ਅਧੂਰੀ ਜਾਂ ਗਲਤ ਸੂਚਨਾ ਦਿੱਤੀ ਹੈ। ਚੌਥਾ ਹੈ ਕਿ ਆਨਲਾਈਨ ਬਿਨੈ ਕਰਨ ਦੀ ਪ੍ਰਕਿਰਿਆ ਜਿਹੜੀ ਮੁਕੰਮਲ ਨਹੀਂ ਹੋ ਸਕੀ ਜਾਂ ਕਿਸੇ ਵੀ ਸਮੇਂ ਅਧੀਨ ਸੇਵਾਵਾਂ ਚੋਣ ਵੱਲੋਂ ਉਸ ਉਮੀਦਵਾਰ ਨੂੰ ਅਯੋਗ ਕਰਾ ਦਿੱਤਾ ਗਿਆ ਹੈ ਜਾਂ ਲੋੜੀਂਦੀ ਵਿਦਿਅਕ ਯੋਗਤਾ ਉਸ ਉਮੀਦਵਾਰ ਵੱਲੋਂ ਪੂਰੀ ਨਹੀਂ ਕੀਤੀ ਜਾ ਸਕੀ ਜਾਂ ਆਨਲਾਈਨ ਬਿਨੈ ਕਰਨ ਦੀ ਪ੍ਰਕਿਰਿਆ ਥਾਂ ਕਿਸੇ ਹੋਰ ਪ੍ਰਕਿਰਿਆ ਦੇ ਰਾਹੀਂ ਉਮੀਦਵਾਰ ਵੱਲੋਂ ਅਪਲਾਈ ਕੀਤਾ ਗਿਆ ਹੈ, ਤਾਂ ਇਹਨਾਂ ਕਾਰਨਾਂ ਕਰਕੇ ਕਿਸੇ ਵੀ ਉਮੀਦਵਾਰ ਦੀ ਜੋ ਪਾਤਰਤਾ ਉਸ ਨੂੰ ਰੱਦ ਕੀਤਾ ਜਾ ਸਕਦਾ ਹੈ।
ਰਿਜ਼ਰਵੇਸ਼ਨ ਰਾਖਵੇਂਕਰਨ ਸੰਬੰਧੀ ਜੋ ਹਦਾਇਤਾਂ ਹਨ ਉਹਦੇ ਵਿੱਚ ਇਹੀ ਹੈ ਕਿ ਜਿਸ ਕੈਟਾਗਰੀ ਦੇ ਨਾਲ ਤੁਸੀਂ ਸੰਬੰਧਿਤ ਹੋ ਉਸ ਕੈਟਾਗਰੀ ਦਾ ਤੁਸੀਂ ਜੋ ਕੋਡ ਹੈ ਧਿਆਨਪੂਰਵਕ ਪੜ੍ਹਨਾ ਹੈ। ਔਰ ਦੂਸਰਾ ਇਹ ਹੈ ਕਿ ਅਗਰ ਤੁਸੀਂ ਰਾਖਵੇਂਕਰਨ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਰਾਖਵੇਂਕਰਨ ਦਾ ਲਾਭ ਹੈ ਕੇਵਲ ਪੰਜਾਬ ਰਾਜ ਦੇ ਵਸਨੀਕਾਂ ਨੂੰ ਹੀ ਮਿਲਣਯੋਗ ਹੋਵੇਗਾ। ਔਰ ਇਸ ਦੇ ਲਈ ਤੁਹਾਨੂੰ ਜੋ ਡੋਮਿਸਾਈਲ ਪੰਜਾਬ ਰਾਜ ਦਾ ਡੋਮਿਸਾਈਲ ਉਹ ਪੇਸ਼ ਕਰਨਾ ਹੋਏਗਾ। ਔਰ ਜੋ ਤੁਹਾਡਾ ਡੋਮਿਸਾਈਲ ਹੈ ਉਹ 5 ਸਾਲ ਤੋਂ ਵਧੇਰੇ ਪੁਰਾਣਾ ਨਹੀਂ ਹੋਣਾ ਚਾਹੀਦਾ। ਔਰ ਇਸ ਦੇ ਨਾਲ ਹੀ ਜਿਸ ਕੈਟਾਗਰੀ ਦੇ ਤੁਸੀਂ ਰਾਖਵਾਂਕਰਨ ਲੈਣਾ ਚਾਹੁੰਦੇ ਹੋ ਉਸ ਕੈਟਾਗਰੀ ਦੇ ਨਾਲ ਜੋ ਸੰਬੰਧਿਤ ਸਰਟੀਫਿਕੇਟ ਆ ਉਹ ਵੀ ਤੁਹਾਨੂੰ ਪੇਸ਼ ਕਰਨਾ ਹੋਏਗਾ। ਤਾਂ ਅੱਗੇ ਕੁਝ ਹਦਾਇਤਾਂ ਹਨ ਜੀ ਬਿਨੇਕਾਰ ਦੇ ਲਈ। ਅਸੀਂ ਉਹਨਾਂ ਹਦਾਇਤਾਂ ਬਾਰੇ ਗੱਲ ਕਰਨ ਜਾ ਰਹੇ ਹਾਂ। ਜੋ ਮੇਨ ਹਦਾਇਤਾਂ ਹਨ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੇ ਕਰੂੰਗਾ। ਇੱਕ ਤਾਂ ਇਹ ਕਿ ਉਮੀਦਵਾਰ ਵੱਲੋਂ ਜੋ ਡਿਗਰੀ ਜੋ ਵੀ ਸਰਟੀਫਿਕੇਟ ਹੈ ਉਹ UGC ਦੁਆਰਾ ਸਮੇਂ-ਸਮੇਂ ਤੇ ਗਾਈਡਲਾਈਨ ਇੰਸਟਰਕਸ਼ਨ ਅਨੁਸਾਰ ਮਾਨਤਾ ਪ੍ਰਾਪਤ ਸੰਸਥਾ ਯੂਨੀਵਰਸਿਟੀ ਤੋਂ ਹੀ ਜਿਹੜਾ ਜਾਰੀ ਹੋਇਆ ਹੋਣਾ ਚਾਹੀਦਾ ਹੈ। ਦੂਸਰਾ ਇਹ ਕਿ ਪਰਖ ਕਾਲ ਦੇ ਸਮੇਂ ਦੌਰਾਨ ਬਿਨਾਂ ਕਿਸੇ ਭੱਤਿਆਂ ਦੇ ਕੇਵਲ ਉਮੀਦਵਾਰ ਨੂੰ ਜੋ ਮੁੱਢਲੀ ਤਨਖਾਹ ਹੀ ਮਿਲਣਯੋਗ ਹੋਵੇਗੀ। ਔਰ ਇੱਕ ਹੈ ਕਿ ਇਹਨਾਂ ਅਸਾਮੀਆਂ ਦੀ ਗਿਣਤੀ ਕਿਸੇ ਵੀ ਸਮੇਂ ਘਟਾਈ ਵਧਾਈ ਜਾ ਸਕਦੀ ਹੈ। ਔਰ ਜੋ ਤੁਸੀਂ ਅਪਲਾਈ ਕਰਨਾ ਹੈ ਉਹ ਕੇਵਲ ਬੋਰਡ ਦੀ ਵੈਬਸਾਈਟ www.punjab.gov.in ਤੇ ਹੀ ਤੁਸੀਂ ਅਪਲਾਈ ਕਰਨਾ ਹੈ। ਉਮੀਦਵਾਰ ਨੂੰ ਅਪਲਾਈ ਕਰਨ ਦੇ ਸੰਬੰਧੀ ਇੱਕ ਸਲਾਹ ਦਿੱਤੀ ਗਈ ਹੈ ਕਿ ਉਹ ਖੁਦ ਅਪਲਾਈ ਕਰੇ ਤਾਂ ਕਿ ਜੋ ਉਸਦੇ ਵੇਰਵੇ ਹੈ ਉਹ ਬਿਲਕੁਲ ਹੀ ਦਰੁਸਤ ਭਰੇ ਜਾਣ ਔਰ ਕਿਸੇ ਕਿਸਮ ਦੀ ਜੋ ਗਲਤੀ ਦੀ ਗੁੰਜਾਇਸ਼ ਹੈ ਉਹ ਨਾ ਰਹੇ। ਨੈਕਸਟ ਹੈ ਜੀ ਕਿ ਉਮੀਦਵਾਰ ਵੱਲੋਂ ਅਧੂਰਾ ਫਾਰਮ ਬਿਲਕੁਲ ਵੀ ਨਾ ਭਰਿਆ ਜਾਵੇ। ਔਰ ਅਗਰ ਕੋਈ ਇਸ ਤਰ੍ਹਾਂ ਹੁੰਦਾ ਹੈ ਤਾਂ ਜੋ ਉਸ ਦੀ ਪਾਤਰਤਾ ਉਹ ਰੱਦ ਹੋ ਜਾਏਗੀ। ਆਨਲਾਈਨ ਅਪਲਾਈ ਕਰਨ ਸਮੇਂ ਉਮੀਦਵਾਰ ਦਰਸਾਈਆਂ ਹਦਾਇਤਾਂ ਮੁਤਾਬਕ ਲੋੜੀਂਦੇ ਸਰਟੀਫਿਕੇਟ ਸਕੈਨ ਕਰਕੇ ਵੈਬਸਾਈਟ ਦੇ ਨਾਲ ਹੀ ਅਪਲੋਡ ਕਰਨਗੇ। ਉਹ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਉਮੀਦਵਾਰ ਸ਼੍ਰੇਣੀ ਅਤੇ ਇਸ ਦੇ ਕੋਡ ਦਾ ਧਿਆਨ ਰੱਖਦੇ ਹੋਏ ਆਨਲਾਈਨ ਫਾਰਮ ਧਿਆਨ ਨਾਲ ਭਰਨ ਕਿਉਂਕਿ ਕਿਸੇ ਵੀ ਸਟੇਜ ਤੇ ਸ਼੍ਰੇਣੀ ਅਤੇ ਸ਼੍ਰੇਣੀ ਕੋਡ ਤਬਦੀਲ ਨਹੀਂ ਕੀਤਾ ਜਾ ਸਕੇਗਾ। ਵੱਖ-ਵੱਖ ਵਰਗਾਂ ਸ਼੍ਰੇਣੀਆਂ ਦੀਆਂ ਅਸਾਮੀਆਂ ਉਸ ਵਰਗ ਸ਼੍ਰੇਣੀ ਵਿੱਚ ਅਸਾਮੀਆਂ ਦੀ ਉਪਲਬਧਤਾ ਅਨੁਸਾਰ ਭਰੀਆਂ ਜਾਣਗੀਆਂ। ਇਹ ਕੁਝ ਗੱਲਾਂ ਹਨ ਜੀ। ਬਾਕੀ ਆਪਾਂ ਜੋ ਗੱਲਾਂ ਹਨ ਇਸ ਦੇ ਵਿੱਚ ਦੱਸੀਆਂ ਗਈਆਂ ਹਨ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ। ਤਾਂ ਅਖੀਰ ਦੇ ਵਿੱਚ ਜੋ ਇਹਦੇ ਵਿੱਚ ਆਪਾਂ ਨੂੰ ਕੁਝ ਦੱਸਿਆ ਗਿਆ ਹੈ ਉਹ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਉਮੀਦਵਾਰ ਨੂੰ ਜਦੋਂ ਕਾਉਂਸਲਿੰਗ ਸਮੇਂ ਬੁਲਾਇਆ ਜਾਂਦਾ ਹੈ ਤਾਂ ਉਸ ਸਮੇਂ ਉਸਦੀ ਵਿਦਿਅਕ ਯੋਗਤਾ ਤਕਨੀਕੀ ਯੋਗਤਾ ਨਾਲ ਸੰਬੰਧਿਤ ਆਪਣੇ ਸਰਟੀਫਿਕੇਟ ਉਸਨਾਂ ਦੀ ਤਸਦੀਕਸ਼ੁਦਾ ਕਾਪੀਆਂ ਪੇਸ਼ ਕਰਨਗੇ। ਇਹ ਸਾਰੇ ਦਸਤਾਵੇਜ਼ ਅਪਲਾਈ ਕਰਨ ਦੀ ਮਿਤੀ ਤੋਂ ਪਹਿਲਾਂ ਦੇ ਹੋਣੇ ਚਾਹੀਦੇ ਹਨ। ਇਹ ਵਿਸ਼ੇਸ਼ ਤੁਸੀਂ ਧਿਆਨ ਰੱਖਣਾ ਹੈ ਜੀ। ਹੁਣ ਇੱਕ ਖਾਸ ਜੋ ਗੱਲ ਇਸ ਵਿੱਚ ਆਈ ਕਿ ਅਗਰ ਦੋ ਉਮੀਦਵਾਰ ਲਿਖਤੀ ਜੋ ਪ੍ਰੀਖਿਆ ਹੋਏਗੀ ਉਸ ਦੇ ਵਿੱਚ ਬਰਾਬਰ ਮੈਰਿਟ ਅੰਕ ਲੈਂਦੇ ਹਨ ਤਾਂ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਵਿਚਾਰਿਆ ਜਾਏਗਾ। ਤਾਂ ਇਸ ਦੇ ਵਿੱਚ ਦੱਸਿਆ ਹੈ ਕਿ ਜਿਸ ਦੀ ਜਨਮ ਮਿਤੀ ਅਨੁਸਾਰ ਉਮਰ ਵੱਧ ਹੋਏਗੀ ਉਸ ਨੂੰ ਪਹਿਲਾਂ ਵਿਚਾਰਿਆ ਜਾਏਗਾ। ਅਗਰ ਜਨਮ ਮਿਤੀ ਬਰਾਬਰ ਹੈ ਤਾਂ ਫਿਰ ਉਸ ਦੀ ਜੋ ਮੈਟ੍ਰਿਕ ਦੇ ਵਿੱਚ ਅੰਕ ਹੈ ਉਹਨਾਂ ਨੂੰ ਦੇਖਿਆ ਜਾਏਗਾ। ਤਾਂ ਜਿਹੜਾ ਵੀ ਉਮੀਦਵਾਰ ਜਿਹੜਾ ਵੱਧ ਅੰਕ ਲਏ ਹੋਣਗੇ ਮੈਟ੍ਰਿਕ ਦੇ ਵਿੱਚ ਉਸ ਨੂੰ ਇਸ ਦੇ ਲਈ ਵਿਚਾਰਿਆ ਜਾਏਗਾ। ਕਾਉਂਸਲਿੰਗ ਤੇ ਆਉਣ ਲਈ ਕਿਸੇ ਉਮੀਦਵਾਰ ਨੂੰ ਕੋਈ TADA ਨਹੀਂ ਦਿੱਤਾ ਜਾਏਗਾ। ਉਮੀਦਵਾਰ ਦੁਆਰਾ ਇੱਕ ਵਾਰ ਅਦਾ ਕੀਤੀ ਗਈ ਫੀਸ ਬੋਰਡ ਬੈਂਕ ਦੁਆਰਾ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਕੀਤੀ ਜਾਵੇਗੀ। ਔਰ ਭਵਿੱਖ ਦੇ ਵਿੱਚ ਜੋ ਵੀ ਵਿਭਾਗ ਵੱਲੋਂ ਕੋਈ ਸੋਧ ਜਾਂ ਨੋਟਿਸ ਜਾਰੀ ਕੀਤਾ ਜਾਂਦਾ ਤਾਂ ਉਮੀਦਵਾਰ ਉਸ ਦੀ ਪਾਲਣਾ ਕਰੇਗਾ। ਇਹਨਾਂ ਅਸਾਮੀਆਂ ਦੇ ਲਈ ਅਗਰ ਕਿਸੇ ਕਿਸਮ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਈਮੇਲ ਇੱਕ ਪ੍ਰੋਵਾਈਡ ਕੀਤੀ ਗਈ ਹੈ help@b2216@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ। ਔਰ ਇਸ ਦੇ ਨਾਲ ਹੀ ਸਾਨੂੰ ਇੱਕ ਮੋਬਾਈਲ ਨੰਬਰ ਪ੍ਰੋਵਾਈਡ ਕੀਤਾ ਗਿਆ ਹੈ ਦਫ਼ਤਰ ਦਾ 0172 2298 ਤਾਂ ਇਸ ਤੇ ਵੀ ਤੁਸੀਂ ਕਿਸੇ ਕਿਸਮ ਦੀ ਜੋ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ। ਇਸ ਇਸ਼ਤਿਹਾਰ ਭਰਤੀ ਸੰਬੰਧੀ ਕੋਈ ਤਰੁੱਟੀ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਉਸ ਨੂੰ ਸੁਧਾਰਨ ਦਾ ਹੱਕ ਕੇਵਲ ਬੋਰਡ ਕੋਲ ਹੀ ਰਾਖਵਾਂ ਹੋਵੇਗਾ। ਤਾਂ ਇਹ ਸੀ ਜੋ ਨੋਟਿਸ ਜੋ ਸੀਗਾ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਦੋਸਤੋ ਜਾਰੀ ਕੀਤਾ ਗਿਆ ਸੀ। ਤਾਂ ਜਲਦ ਤੋਂ ਜਲਦ ਬਿਨਾਂ ਕਿਸੇ ਤੁਸੀਂ ਲਾਸਟ ਮਿਤੀ ਨੂੰ ਉਡੀਕ ਕੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰੋ। ਸਾਡੇ ਵੱਲੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਔਰ ਇਸ ਤਰ੍ਹਾਂ ਦੀਆਂ ਹੋਰ ਪੋਸਟਾਂ ਨੂੰ ਦੇਖਣ ਦੇ ਲਈ ਜੋ ਕਿ ਅਲੱਗ-ਅਲੱਗ ਵਿਭਾਗਾਂ ਦੇ ਵੱਲੋਂ ਜਾਰੀਆਂ ਕੀਤੀਆਂ ਜਾਂਦੀਆਂ ਹਨ ਸਾਡੇ ਚੈਨਲ ਨੂੰ ਲਾਈਕ ਕਰੋ ਔਰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮੱਚ।